श्री वाहे गुरु साहिब जी। कवन वडाई कह सकूं, बेअंत गुणीता कर कृपा मोहे नाम देहो। नानक दर सरिता हर बेअंत हो मित कर बरनो। क्या जानो होए कैसो रे, करूं बेनती सतगुर अपने। मैं मूरख देहो उपदेसो रे, मैं मूरख की केतक बात है। कोट पराधी तरयारे, गुरु नानक जिन सुनिया पेखिया। से फिर गर्भास न परयारे। सतनाम श्री वाहिगुरु साहिब जी। पहले पहरे फुलड़ा, फल ही पछा रात। जो जागन लहन से, साईं कन्नो दात। दाती साहिब संधिया, क्या चलै तिस नाल। एक जागन दे नाल लहन, एक नाह सुतियां दे उठाल। एक जागन दे नाल लहन, एक नाह सुतियां दे उठाल। वाहिगुरु जी का खालसा, वाहिगुरु जी की फतेह। जुग हूँ जुग अटल, शब्द गुरु वाणी के बोहित। धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋਏ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਗੁਰ ਦਰਬਾਰ ਦੇ ਵਿੱਚ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨ ਸਜਾਏ ਗਏ ਹਨ। ਸਜੇ ਦੀਵਾਨਾਂ ਵਿੱਚ ਆਪ ਜੀ ਨੇ ਅੰਮ੍ਰਿਤ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਇਸ ਸਥਾਨ ਦੀ ਚੱਲ ਰਹੀ ਮਰਿਆਦਾ ਅਨੁਸਾਰ ਇਸ ਵੇਲੇ ਕਥਾ ਵਿਚਾਰ ਦਾ ਸਮਾਂ ਹੈ। ਬਾਬਾ ਫਰੀਦ ਜੀ ਦੇ
ਅਗੰਮੀ ਬੋਲਾਂ ਦੀ ਕਥਾ ਵਿਚਾਰਾਂ ਚੱਲ ਰਹੀਆਂ ਹਨ। ਅੱਜ 112 ਨੰਬਰ ਅਤੇ 113 ਨੰਬਰ ਸ਼ਲੋਕ ਦੀ ਵਿਚਾਰ ਕਰਾਂਗੇ, ਜੋ ਆਪ ਜੀ ਨੇ ਮੰਗਲਾਚਰਨ ਰੂਪ ਵਿੱਚ ਦੋਵੇਂ ਸ਼ਲੋਕਾਂ ਦਾ ਮੂਲ ਪਾਠ ਸਰਵਣ ਕੀਤਾ ਹੈ। ਬਾਬਾ ਫਰੀਦ ਜੀ ਜੋੜ ਦੇ ਰਹੇ ਹਨ ਕਿ ਅੰਮ੍ਰਿਤ ਵੇਲੇ ਪਰਮਾਤਮਾ ਦੀ ਬੰਦਗੀ ਦਾ ਸਮਾਂ ਹੈ, ਔਰ ਜਿਹੜੇ ਉਸ ਵੇਲੇ ਉੱਠਣਗੇ ਉਹ ਮਾਲਕ ਦੇ ਕੋਲੋਂ ਦਾਤ ਪ੍ਰਾਪਤ ਕਰ ਲੈਣਗੇ। ਆਓ ਸਮਝਣ ਦਾ ਯਤਨ ਕਰੀਏ ਜੋ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਹਨ। ਜਿੱਥੇ ਤੱਕ ਵੀ ਇਹ ਆਵਾਜ਼ ਜਾ ਰਹੀ ਹੈ, ਅੱਜ ਦੇ ਮਾਧਿਅਮ ਦੇ ਰਾਹੀਂ ਗੁਰੂ ਘਰ ਤੋਂ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਯਤਨ ਕਰਿਆ ਕਰੋ ਕਿ ਆਪਣੇ ਸਤਸੰਗ ਦਾ ਸਮਾਂ ਜੋ ਆਪ ਜੀ ਲੋਕਡਾਊਨ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰ ਕੇ ਸੰਭਾਲਦੇ ਸੀ, ਅੱਜ ਘਰ ਤੱਕ ਇਹ ਪ੍ਰੋਗਰਾਮ ਪਹੁੰਚਾਇਆ। ਇਸ ਪ੍ਰੋਗਰਾਮ ਨਾਲ ਜੁੜ ਕੇ ਆਪਣੇ ਸਵਾਸਾਂ ਨੂੰ ਸਫਲਾ ਕਰਿਆ ਕਰੋ ਅਤੇ ਇਹ ਗੁਰੂ ਕੀ ਵਿਚਾਰ ਰੂਪੀ ਦਾਤ ਆਪਣੇ ਮਨ ਵਿੱਚ ਵਸਾਈਏ, ਮਨ ਵਿੱਚ ਟਿਕਾਈਏ। ਗੁਰੂ ਦੀ ਬਖਸ਼ਿਸ਼ ਨਾਲ ਆਪਣੇ ਮਨ ਵਿੱਚ ਇਹ ਦਾਤ ਪਵਾਈਏ। ਸਤਿਗੁਰੂ ਆਪਣੀ ਬਾਣੀ ਦੇ ਵਿਚਾਰ ਸਾਨੂੰ ਬਖਸ਼ਿਸ਼ ਕਰੋ। ਸੋ ਆਓ, ਜਿਤਨੀਆਂ ਵੀ ਪਿਆਰ ਵਾਲੀਆਂ ਸੰਗਤਾਂ ਇਹ ਪ੍ਰੋਗਰਾਮ ਸਰਵਣ ਕਰ ਰਹੀਆਂ ਹਨ, ਗੁਰੂ ਮਹਾਰਾਜ ਜੀ ਨੂੰ ਸੀਸ ਨਿਵਾਓ, ਪ੍ਰੇਮ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਿਛਲੇ ਸਲੋਕਾਂ ਦੇ ਵਿੱਚ ਬਾਬਾ ਫਰੀਦ ਜੀ ਨੇ ਇਹ ਗੱਲ ਆਖੀ ਸੀ, ਫਰੀਦਾ ਚਲ ਰਾਤ ਜਾਗ ਹੋਏ, ਜੀਵਨ ਦ੍ਰਿੜੋ ਮੋਏ ਹੋਏ। ਉਸ ਗੱਲ ਦੇ ਉੱਤੇ ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਜੀ ਨੇ 4 ਸ਼ਲੋਕ ਉਚਾਰਨ ਕੀਤੇ ਸਨ, ਜਿਨ੍ਹਾਂ ਦੀ ਪਹਿਲਾਂ ਆਪਾਂ ਵਿਚਾਰ ਕੱਲ ਦੇ ਦੀਵਾਨਾਂ 'ਚ ਕੀਤੀ। ਔਰ ਵਾਰ-ਵਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਕਿ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ, ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਹੈ ਔਰ ਉਸ ਦੇ ਨਾਮ ਦੀ ਸੰਭਾਲ ਕਰਨੀ ਹੈ। ਅੱਗੇ ਬਾਬਾ ਫਰੀਦ ਜੀ ਅੱਜ ਦੇ ਸ਼ਲੋਕ ਰਾਹੀਂ ਕਿਰਪਾ ਕਰ ਰਹੇ ਹਨ, ਸਮਝਾ ਰਹੇ ਹਨ ਬੰਦਗੀ ਕਰਨ ਦਾ, ਜੋ ਕਿਉਂਕਿ ਗੁਰੂ ਘਰ ਦੇ ਅੰਦਰ ਸਾਨੂੰ ਸਵੇਰੇ ਅਤੇ ਸ਼ਾਮ ਬੰਦਗੀ ਕਰਨ ਦਾ ਹੁਕਮ ਹੈ। ਵੱਡਾ ਮਹੱਤਮ ਅੰਮ੍ਰਿਤ ਵੇਲੇ ਦਾ ਹੈ, ਪਰ ਸ਼ਾਮ ਦਾ ਵੀ ਆਪਣਾ ਇੱਕ ਮਹੱਤਮ ਹੈ, ਜਿਸ ਨੂੰ ਅੱਜ ਬਾਬਾ ਫਰੀਦ ਜੀ ਨੇ ਸਾਡੇ ਸਮਕਸ਼ ਰੱਖਿਆ। ਆਖਣ ਲੱਗੇ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ। ਜੀ ਸਮਝਾਉਣ ਲੱਗੇ ਰਾਤ ਦੇ ਪਹਿਲੇ ਪੈਰ ਦੀ ਬੰਦਗੀ ਇਹ ਮੰਨ ਲਓ ਕਿ ਇੱਕ ਸੋਹਣਾ ਜਿਹਾ ਫੁੱਲ ਹੈ। ਜਿਵੇਂ ਲੋਕ ਯਤਨ ਕਰਦੇ ਹਨ
ਉਹ ਘਰਾਂ ਦੇ ਅੰਦਰ ਬੇਲ ਬੂਟੀਆਂ ਲਾਉਂਦੇ ਹਨ ਤੇ ਜਦੋਂ ਉਹਨਾਂ ਨੂੰ ਫੁੱਲ ਲੱਗਦਾ ਹੈ ਤੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਅੱਜ ਫੁੱਲ ਲੱਗਿਆ, ਕੱਲ ਫਲ ਵੀ ਪ੍ਰਾਪਤ ਹੋਵੇਗਾ, ਕਿਉਂਕਿ ਫੁੱਲ ਤੋਂ ਬਾਅਦ ਹੀ ਫਲ ਦੀ ਪ੍ਰਾਪਤੀ ਹੈ। ਇਸ ਕਰਕੇ ਰਾਤ ਦਾ ਜੋ ਪਹਿਲਾ ਪਹਿਰ ਹੈ, ਜਿਹੜਾ ਪਹਿਰ ਦੇ ਵਿੱਚ ਅਸੀਂ ਇਸ ਵੇਲੇ ਬੈਠੇ ਹੋਏ ਹਾਂ, ਬਾਬਾ ਫਰੀਦ ਜੀ ਆਖਣ ਲੱਗੇ ਇਹ ਇਸ ਤਰ੍ਹਾਂ ਸਮਝ ਲਓ ਕਿ ਇਸ ਪਹਿਰ ਦੇ ਵਿੱਚ ਬੰਦਗੀ ਕਰਨ ਦਾ ਇੱਕ ਲਾਭ ਇਹ ਹੈ ਕਿ ਸਮਝ ਲਓ ਕਿ ਫੁੱਲ ਬਣ ਗਿਆ ਹੈ। ਪਰ ਕਈ ਵਾਰੀ ਐਸਾ ਵੀ ਦੇਖਣ ਨੂੰ ਮਿਲਦਾ ਹੈ, ਬੇਲਾਂ ਦੇ ਉੱਤੇ ਫੁੱਲ ਲੱਗਦੇ ਨੇ ਪਰ ਕਈ ਵਾਰੀ ਉਹ ਟੁੱਟ ਵੀ ਜਾਂਦੇ ਨੇ, ਮੁਰਝਾ ਵੀ ਜਾਂਦੇ ਹਨ, ਉਹਨਾਂ ਨੂੰ ਕੋਈ ਬਿਮਾਰੀ ਵੀ ਲੱਗ ਜਾਂਦੀ ਹੈ ਅਤੇ ਉਹ ਫਲ ਤੱਕ ਪਹੁੰਚ ਨਹੀਂ ਪਾਉਂਦੇ। ਫੁੱਲ ਜਿਹੜਾ ਉਹ ਫਲ ਦੇ ਵਿੱਚ ਤਬਦੀਲ ਹੋਵੇ, ਉਸ ਵਾਸਤੇ ਉਸ ਫਲ ਦਾ ਜਿਹੜਾ ਵੇਲਾ ਕਿਹਾ ਬਾਬਾ ਜੀ ਨੇ, ਕਹਿਣ ਲੱਗੇ ਫਲ ਪੀ ਪੱਛਾ ਰਾਤ, ਤੇ ਰਾਤ ਦਾ ਜਿਹੜਾ ਚੌਥਾ ਪਹਿਰ ਹੈ, ਅੰਮ੍ਰਿਤ ਵੇਲਾ ਹੈ, ਉਹ ਬੰਦਗੀ ਦਾ ਫਲ ਹੈ। ਕਿਉਂਕਿ ਅੰਮ੍ਰਿਤ ਵੇਲੇ ਦੀ ਬੰਦਗੀ ਜਿਹੜੀ ਹੈ ਉਹ ਫਲ ਹੈ, ਔਰ ਰਾਤ ਦਾ ਜਿਹੜਾ ਪਹਿਲਾ ਪਹਿਰ ਹੈ ਉਹ ਫੁੱਲ ਹੈ। ਜੀਵਨ ਦੇ ਵਿੱਚ ਇਹ ਗੱਲ ਪੱਕੀ ਕਰ ਲਓ ਕਿ ਰਾਤ ਨੂੰ ਵੀ ਸਿੱਖ ਨੇ ਬੈਠ ਕੇ ਆਪਣੇ ਗੁਰੂ ਨੂੰ ਚੇਤੇ ਕਰਨਾ ਹੈ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਸਿੱਖ ਨੇ ਸੋਦਰ ਦਾ ਪਾਠ ਕਰਨਾ ਹੈ, ਸੋਹਿਲਾ ਸਾਹਿਬ ਦਾ ਪਾਠ ਕਰਨਾ ਹੈ। ਆਰਤੀ ਦਾ ਅਰਥ ਹੀ ਉੱਥੇ ਸੋਹਿਲਾ ਸਾਹਿਬ ਦੇ ਪਾਠ ਵਾਸਤੇ, ਕਿਉਂਕਿ ਜਿਹੜਾ ਗਗਨਮੈ ਥਾਲ ਸ਼ਬਦ ਹੈ ਉਹ ਸੋਹਿਲਾ ਸਾਹਿਬ ਦੇ ਵਿੱਚ ਦਰਜ, ਇਸ ਕਰਕੇ ਉਸਨੂੰ ਪੁਰਾਤਨ ਸਮਿਆਂ ਦੇ ਜੋ ਰਹਿਤਨਾਮੇ ਮਿਲਦੇ ਨੇ ਉਹਨਾਂ ਵਿੱਚ ਲਿਖਿਆ ਕਿ ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ, ਜਪ ਜਾਪ ਉਚਾਰਾ। ਆਓ ਕਿ ਸ਼ਾਮ ਨੂੰ ਸਿੱਖ ਨੇ ਸੋਦਰ ਦਾ ਪਾਠ ਕਰਨਾ ਹੈ, ਸੋਹਿਲਾ ਸਾਹਿਬ ਦਾ ਪਾਠ ਕਰਨਾ ਹੈ। ਇਹ ਪਾਠ ਇਸ ਤਰ੍ਹਾਂ ਸਮਝੋ ਜਿਵੇਂ ਕਿ ਫੁੱਲ ਸ਼ੁਰੂਆਤ ਹੋਈ ਹੈ, ਫੁੱਲ ਲੱਗ ਗਿਆ ਵੇਲ ਦੇ ਉੱਤੇ। ਔਰ ਇਹ ਚੀਜ਼ਾਂ ਕੁਝ ਗੁਰਮਤਿ ਦੀਆਂ ਐਸੀਆਂ ਨੇ ਸਮਝਣ ਵਾਲੀਆਂ ਕਿ ਰਾਤ ਦੇ ਪਹਿਰ ਨੂੰ ਕਿਹਾ ਗਿਆ ਵੀ ਛੇਤੀ ਸੰਭਾਲਿਆ ਜਾਏ, ਆਓ ਕਿ ਸਮਾਂ ਸਿਰ ਰਾਤ ਦਾ ਪਹਿਰ ਜਿਹੜਾ ਉਹ ਭੁਗਤਾਇਆ ਜਾਵੇ, ਤਾਂ ਕਿ ਚੌਥਾ ਪਹਿਰ ਦੀ ਸੰਭਾਲ ਕੀਤੀ ਜਾ ਸਕੇ। ਕਿਉਂਕਿ ਜੇ ਆਪਾਂ ਰਾਤ ਦੇ ਪਹਿਰ ਨੂੰ ਲੰਬਾ ਕਰਾਂਗੇ, ਇਹ ਗੱਲ ਵੱਖਰੀ ਹੈ ਕਿ ਗੁਸਤਾਖੀ ਮਾਫ, ਅੱਜ ਬਹੁਤੇ ਜਿਹੜੇ ਸਾਡੇ ਕੀਰਤਨ ਦਰਬਾਰ ਨੇ ਉਹ ਰਾਤ ਨੂੰ ਹੁੰਦੇ, ਪਰ ਪੁਰਾਤਨ ਸਮਾਂ ਸੀ ਕਿ ਉਹ ਅੰਮ੍ਰਿਤ ਵੇਲੇ ਹੀ ਸਾਰੇ ਸਮਾਗਮ ਹੁੰਦੇ ਸਨ। ਕਿਉਂਕਿ ਅੰਮ੍ਰਿਤ ਵੇਲੇ ਇਕਾਂਤ ਹੈ, ਇਕਾਗਰਤਾ ਹੈ, ਸਹਿਜ ਹੈ, ਮਾਇਆ ਦਾ ਪ੍ਰਭਾਵ ਨਹੀਂ ਹੈ। ਪਰ ਅਜੋਕਾ ਜਿਹੜਾ ਸਿੱਖ ਹੈ ਉਹ ਰਾਤ ਨੂੰ ਜ਼ਿਆਦਾ ਤਰਜੀਹ ਦੇ ਰਿਹਾ ਹੈ। ਰਾਤ ਨੂੰ ਦੇਰ ਰਾਤ ਤੱਕ ਕੀਰਤਨ ਕਰਨਾ, 12-12 2-2 ਵੱਜ ਜਾਣੇ, ਫਿਰ ਸਵੇਰੇ ਨੂੰ ਜੋ ਹੈ ਹੁਕਮ ਰਜਾਈ ਚੱਲਣ ਦੀ ਥਾਂ ਤੇ ਰਜਾਈ ਦੀ ਨਿਗ ਮਾਣਦਾ, ਇਹਦੀਆਂ ਅੱਖਾਂ ਨਹੀਂ ਖੁੱਲਦੀਆਂ। ਜਦੋਂ ਫਲ ਪ੍ਰਾਪਤ ਹੋਣ ਦੀ ਵੇਲਾ ਸੀ ਉਸ ਵੇਲੇ ਇਹ ਸੁੱਤਾ ਰਹਿੰਦਾ, ਕਿਉਂਕਿ ਉਹ ਨਿਯਤ ਸਮਾਂ ਕੀਤਾ ਹੈ ਬੰਦਗੀ ਦਾ, ਉਹ ਸਮਾਂ ਫਿਕਸ ਕੀਤਾ ਹੈ ਬੰਦਗੀ ਦਾ। ਔਰ ਕੁਝ ਵਿਦਵਾਨ ਤਾਂ ਇੱਥੇ ਤੱਕ ਆਖਦੇ ਨੇ ਕਿ ਜੇ ਉਸ ਪਹਿਰ ਦੇ ਅੰਦਰ ਫਲ ਦੀ ਪ੍ਰਾਪਤੀ ਕਰਨੀ ਹੈ ਤਾਂ ਸਾਡਾ ਇਹ ਯਤਨ ਹੋਣਾ ਚਾਹੀਦਾ ਹੈ, ਇਹ ਉਦਮ ਹੋਣਾ ਚਾਹੀਦਾ ਹੈ ਕਿ ਅਸੀਂ ਇੱਕ ਨਿਯਤ ਅਸਥਾਨ ਤੇ ਬੈਠ ਕੇ ਉਸ ਪਰਮਾਤਮਾ ਨੂੰ ਯਾਦ ਕਰੀਏ। ਇੱਕ ਤਾਂ ਅੰਮ੍ਰਿਤ ਵੇਲਾ, ਫਿਰ ਵਿਦਵਾਨ ਕਹਿੰਦੇ ਨੇ ਇੱਕ ਨਿਯਤ ਥਾਂ, ਹਰ ਰੋਜ਼ ਇੱਕ ਥਾਂ ਤੇ ਬੈਠ ਕੇ, ਕਿੱਥੇ ਬੈਠਣ ਦਾ ਸਥਾਨ ਬਣਾ ਲਓ
ਹਰ ਰੋਜ਼ ਉਸ ਥਾਂ 'ਤੇ ਬੈਠ ਕੇ ਹੀ ਤੁਸੀਂ ਬੰਦਗੀ ਕਰਨੀ ਹੈ, ਪਾਠ ਕਰਨਾ ਹੈ, ਸਿਮਰਨ ਕਰਨਾ ਹੈ। ਤੁਸੀਂ ਆਖੋਗੇ ਵੀ ਉਸ ਦੇ ਨਾਲ ਕੀ ਫਰਕ ਪੈਂਦਾ ਹੈ। ਦੇਖੋ ਨਾ ਕਿ ਜਿਹੜੀ ਸਾਡੀ ਰਸੋਈ ਹੈ ਉਹ ਇੱਕ ਨਿਯਤ ਥਾਂ 'ਤੇ ਹੈ। ਰਸੋਈ ਨੂੰ ਦੇਖਦੇ ਸਾਰ ਸਾਡੇ ਅੰਦਰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ। ਜਦੋਂ ਅਸੀਂ ਰਸੋਈ ਦੇ ਵਿੱਚ ਕੁਝ ਬਣਦਾ ਦੇਖਦੇ ਹਾਂ ਨਾ, ਸਾਨੂੰ ਭੁੱਖ ਲੱਗਣ ਲੱਗ ਪੈਂਦੀ, ਕਿਉਂਕਿ ਪ੍ਰਤੀਕ ਹੈ ਭੋਜਨ ਦਾ। ਇਸ ਤਰ੍ਹਾਂ ਹੀ ਜਦੋਂ ਅਸੀਂ ਇੱਕ ਥਾਂ ਮੁਕਰਰ ਕਰ ਲਵਾਂਗੇ ਨਾ, ਤੇ ਉਸ ਨੂੰ ਦੇਖ ਕੇ ਖਿੱਚ ਪੈਦਾ ਹੋ ਜਾਏਗੀ ਕਿ ਮੇਰਾ ਬੰਦਗੀ ਕਰਨ ਦਾ ਵੇਲਾ ਹੈ, ਸਿਮਰਨ ਕਰਨ ਦਾ ਵੇਲਾ ਹੈ, ਨਾਮ ਜਪਣ ਦਾ ਵੇਲਾ ਹੈ। ਫਿਰ ਉਸ ਥਾਂ 'ਤੇ ਬੈਠ ਕੇ ਜਦੋਂ ਤੁਸੀਂ ਬੰਦਗੀ ਕਰੋਗੇ, ਸਿਮਰਨ ਕਰੋਗੇ, ਪਿਆਰ ਵਾਲਿਓ ਸੱਚ ਜਾਣਨਾ, ਉਹ ਥਾਂ ਆਪਣੇ ਆਪ ਖਿੱਚ ਪਾਵੇਗੀ। ਤੇ ਹੌਲੀ ਹੌਲੀ ਉਸ ਥਾਂ ਦਾ ਵਾਤਾਵਰਨ ਜਿਹੜਾ ਹੈ ਉਹ ਐਡਾ ਨਿਰਮਲ ਹੋ ਜਾਵੇਗਾ ਕਿ ਤੁਹਾਡੇ ਮਨ ਦੇ ਵਿੱਚ ਉੱਥੇ ਫਿਰ ਕਦੀ ਵਿਕਾਰ ਨਹੀਂ ਆਉਣਗੇ। ਮੰਨ ਲਓ ਤੁਸੀਂ ਹਰਿਮੰਦਰ ਸਾਹਿਬ ਜਾਂਦੇ ਹੋ, ਜਦੋਂ ਪਰਿਕਰਮਾ ਵਿੱਚ ਹੀ ਐਂਟਰੀ ਕਰਦੇ ਹੋ ਤੇ ਤੁਹਾਡਾ ਮਨ ਤਬਦੀਲ ਹੋ ਜਾਂਦਾ ਹੈ। ਐਸਾ ਇਸ ਕਰਕੇ ਹੈ ਕਿਉਂਕਿ ਉੱਥੇ ਹਰ ਵੇਲੇ ਪਰਮਾਤਮਾ ਦੀ ਕੀਰਤੀ ਚੱਲ ਰਹੀ ਹੈ, ਪਰਮਾਤਮਾ ਦਾ ਸਿਮਰਨ ਚੱਲ ਰਿਹਾ ਹੈ। ਉੱਥੇ ਚੰਗੀਆਂ ਤਰੰਗਾਂ, ਚੰਗੇ ਵੇਵ ਪੈਦਾ ਹੋ ਰਹੇ ਨੇ ਰੂਹਾਨੀਅਤ ਦੇ। ਔਰ ਤੁਸੀਂ ਦੇਖੋ ਉਸ ਰੂਹਾਨੀਅਤ ਦਾ ਅਸਰ, ਚਲੋ ਅਸੀਂ ਪੰਜਾਬੀ ਸਮਝਦੇ ਹਾਂ ਤੇ ਸ਼ਬਦ ਸੁਣਿਆ ਤੇ ਸਾਡੇ ਉੱਤੇ ਅਸਰ ਹੋਵੇ ਕਿ ਸਾਨੂੰ ਪੰਜਾਬੀ ਆਉਂਦੀ ਹੈ, ਸ਼ਬਦ ਸਮਝ ਆ ਰਿਹਾ ਹੈ। ਪਰ ਉੱਥੇ ਜਿਹੜੇ ਲੋਕ ਪਹਿਲੀ ਵਾਰ ਗਏ, ਜਿਨ੍ਹਾਂ ਦਾ ਸਿੱਖੀ ਨਾਲ ਕੋਈ ਤਾਲੁਕਾਤ ਨਹੀਂ ਹੈ, ਸਿੱਖ ਧਰਮ ਨੂੰ ਜਾਣਦੇ ਵੀ ਨਹੀਂ ਸਨ, ਪਰ ਉਹਨਾਂ ਨੇ ਉਸ ਪਰਿਕਰਮਾ ਦੇ ਅੰਦਰ ਐਂਟਰੀ ਕਰਦੇ ਸਾਰ ਕੁਛ ਨਵਾਂ ਅਨੁਭਵ ਕੀਤਾ। ਉਹਨਾਂ ਨੂੰ ਭਾਸ਼ਾ ਵੀ ਨਹੀਂ ਆਉਂਦੀ, ਉਹ ਸਿੱਖੀ ਬਾਰੇ ਜਾਣਦੇ ਵੀ ਨਹੀਂ, ਕੀਰਤਨ ਕੀ ਹੁੰਦਾ ਉਹਨੂੰ ਪਤਾ ਨਹੀਂ ਹੈ। ਇਸ ਦਾ ਅਰਥ ਹੈ ਕਿ ਉਸ ਜਗ੍ਹਾ ਦਾ ਅਸਰ, ਉਸ ਜਗ੍ਹਾ ਦੀ ਫੀਲਿੰਗ, ਜੇ ਸੱਚੀ ਮੁੱਚੀ ਅਸੀਂ ਜੀਵਨ ਦੇ ਅੰਦਰ ਬੰਦਗੀ ਦਾ ਫਲ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਇਹ ਫਲ ਤਾਂ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ। ਪਹਿਲੇ ਪਹਿਰੇ ਫੁੱਲੜਾ ਫਲ ਵੀ ਪਛਾ ਰਾਤ। ਰਾਤ ਦੇ ਪਹਿਲੇ ਪਹਿਰ ਵਿੱਚ ਬੰਦਗੀ ਕਰਨੀ ਹੈ ਸਿੱਖ ਨੇ। ਐਸਾ ਨਹੀਂ ਕਿ ਸ਼ਾਮ ਨੂੰ ਨਹੀਂ ਕਰਨਾ, ਸਿੱਖ ਨੂੰ ਹੁਕਮ ਹੈ ਸੋਦਰ ਆਰਤੀ ਗਾਵੀਏ, ਅੰਮ੍ਰਿਤ ਵੇਲਾ ਜਾਪ ਉਚਾਰਾ। ਸ਼ਾਮ ਦਾ ਵਕਤ ਵੀ ਸੰਭਾਲਣਾ ਹੈ, ਪਰ ਜੀਵਨ ਦੇ ਵਿੱਚ ਸ਼ਾਮ ਦਾ ਸਮਾਂ ਜਿੱਥੇ ਸੰਭਾਲਣਾ ਹੈ, ਅੰਮ੍ਰਿਤ ਵੇਲੇ ਦੇ ਸਮੇਂ ਨੂੰ ਸਿੱਖ ਨੇ ਤਰਜੀਹ ਦੇਣੀ ਹੈ। ਔਰ ਗੁਰਬਾਣੀ ਨੇ ਤਾਂ ਹੀ ਕਿਹਾ ਕਿ ਚਾਲ ਲਾਂਗੇ ਉਠ ਨਾਮ ਜਪ ਨਿਸ ਵਾਸੁਰ ਆਰਾਧ। ਚਾਲ ਲਾਂਗੇ ਨੂੰ ਕਿਹਾ ਵੀ ਉੱਠ ਕੇ ਨਾਮ ਜਪ, ਪਰ ਮਾਲਕ ਨੇ ਨਿਸ ਵਾਸੁਰ ਆਧਾਰ, ਦਿਨ ਰਾਤ ਪਰਮਾਤਮਾ ਨੂੰ ਸਿਮਰ, ਪਰ ਸਵੇਰੇ ਜ਼ਰੂਰ ਸਿਮਰ। ਉੱਠ ਕੇ ਨਾਮ ਜਪ ਅੰਮ੍ਰਿਤ ਵੇਲੇ, ਦਿਨ ਰਾਤ ਉਸ ਦੀ ਯਾਦ ਰੱਖ। ਦੇਖੋ ਉੱਠ ਇਸਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ। ਜਦੋਂ ਉੱਠ ਕੇ ਕੋਈ ਇਸਨਾਨ ਕਰਕੇ ਹਰੀ ਪਰਮਾਤਮਾ ਨੂੰ ਅੰਮ੍ਰਿਤ ਵੇਲੇ ਧਿਆਉਂਦਾ ਹੈ, ਪਰਮਾਤਮਾ ਦੀ ਬੰਦਗੀ ਕਰਦਾ ਹੈ, ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਤੇ ਸੱਚ ਜਾਣਨਾ ਵਿਖੜੇ ਦਾਉ ਲੰਗਾਵੇ ਮੇਰਾ ਸਤਿਗੁਰੂ, ਸੁਖ ਸਹਿਜ ਛੇਤੀ ਕਰ ਜਾਤੇ। ਔਖੇ ਤੋਂ ਔਖਾ ਸਮਾਂ ਅੰਮ੍ਰਿਤ ਵੇਲੇ ਦਾ ਸਾਂਭਣ ਵਾਲੇ ਮਨੁੱਖ ਦਾ ਸਤਿਗੁਰ ਜਿਹੜਾ ਹੈ ਉਹ ਵਿਖੜੇ ਦਾਉ ਜਿਹੜਾ ਹੈ ਉਹਦੇ ਜੀਵਨ ਵਿੱਚ ਜੋ ਔਖਾ ਸਮਾਂ ਆਉਂਦਾ ਉਸ ਨੂੰ ਵੀ ਸੌਖਾ ਕਰਕੇ ਲੰਘਾ ਦਿੰਦਾ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਗੁਰਬਾਣੀ ਸਾਨੂੰ ਕਹਿ ਰਹੀ ਹੈ। ਸਾਡੀ ਏਡੀ ਵੱਡੀ ਪ੍ਰੋਬਲਮ ਕੌਮੀ ਪੱਧਰ ਤੋਂ ਇੱਥੇ ਚੱਲ ਰਹੀ ਹੈ ਕਿ ਜਿਹੜੇ ਲੋਕ ਅੰਮ੍ਰਿਤ ਵੇਲੇ ਨਹੀਂ ਉੱਠਦੇ, ਨਹੀਂ ਸੰਭਾਲਦੇ, ਤੇ ਉਹ ਕਹਿੰਦੇ ਅੰਮ੍ਰਿਤ ਵੇਲਾ ਤਾਂ ਜੀ ਪੂਰਾ ਦਿਨ ਹੀ ਹੁੰਦਾ, ਜਦ ਮਰਜ਼ੀ ਸੰਭਾਲ ਲਓ। ਜਿਹੜਾ ਕੰਮ ਅਸੀਂ ਆਪ ਨਹੀਂ ਕਰਨਾ ਤੇ ਲੋਕਾਂ ਨੂੰ ਕਹਿਣਾ ਕੋਈ ਨਹੀਂ ਅੰਮ੍ਰਿਤ ਵੇਲਾ ਜਦ ਮਰਜ਼ੀ ਸ਼ਾਮ ਨੂੰ ਕਰ ਲਓ, ਭਾਵੇਂ ਅੰਮ੍ਰਿਤ ਵੇਲਾ ਪਾਠ ਕਰਨ ਤੋਂ ਮਤਲਬ ਹੈ, ਬਾਣੀ ਪੜ੍ਹਨ ਤੋਂ ਹੀ ਮਤਲਬ ਹੈ। ਨਹੀਂ ਪਿਆਰਿਓ, ਬਾਣੀ ਪੜ੍ਹਨ ਦੇ ਨਾਲ ਨਾਲ ਉਸ ਵੇਲੇ ਦਾ ਆਪਣਾ ਇੱਕ ਪ੍ਰਭਾਵ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ। ਇਸ ਕਰਕੇ ਸਤਿਗੁਰੂ ਜੀ ਆਖਦੇ ਨੇ ਅੰਮ੍ਰਿਤ ਵੇਲੇ
फल अमृत वेले की बंदगी हो सकती है। जे फल की प्राप्ति है तो अमृत वेले की बंदगी कर। जे तू फल चाहता है जिंदगी के अंदर, इन्हें तो तेरी हालत ऐसी है कि बुरे काम को ऊठ खलोया, नाम की बेला पै पै सोया। जो कोई माड़ा काम करना हुंदा तू उठ पैना है, पर नाम की बेला तू सो जाना है। फिर एक होर बड़ा प्यारा वचन साहिब का, कहते सारो दिनस मंजूरी करै, हर सिमरन की बेला वजर सिर पर है। सारे दिन मंजूरी करता है, काम धंधे करता है, पर जो अमृत वेला हरि सिमरन की बंदगी का वेला है, उस वेले जो है कहते वो त्याग दिंदा है, उसनों संभालता नहीं है। एक मैं बेनती करा, असल दे विच पूरा दिन कामकार साडे करने, भावें कोई भी काम असीं करते हैं, कोई भी नौकरी करते हाँ, दुकानदारी खेतीबाड़ी है, इस जिहड़े काम ने वो साडे शरीर वास्ते ने सारे। साडी दुकानदारी दा, साडी खेतीबाड़ी दा, साडी नौकरी दा, साडे व्यापार दा मतलब कोई भी आत्मा नाल नहीं है। वो सारा काम साडे शरीर दे नाल है, क्योंकि उसदे नाल साडे शरीर की खुराक मिलनी सानू। शरीर पालना उसदे नाल। पर जे किते मन नू स्ट्रोंग बनाने की गल है, बाणी दे अंदर मन नू पक्का करन दी गल है, बाणी नू मन नू अडोल करन दी गल है, तो गुरु साहब ने कहा फिर ये मन अडोल होवेगा परमात्मा की बंदगी दे नाल। इस करके बाबा जी कहते हैं कि जे तू फल प्राप्त करना चाहना है तो अमृत वेले उठ के परमात्मा की बंदगी कर। फिर अगले वचन कहते, जो जागन लहन से, जो बंदे अमृत वेले जागते हैं, लहन से का अर्थ है उही परमात्मा पासों रहमत बख्शिश हासिल कर लेंदे ने। इस गल नूं होर थोड़ा इतिहास विचों समझण दा यतन करना। इस गल तो सानू प्रेरणा मिलती है गुरु अंगद देव जी पिता महाराज का जीवन। जदों करतारपुर साहिब धर्मशाला विच रहिंदे हन, गुरु नानक पातशाह जी की सेवा विच रहिंदे हन, होर भी बहुत सारे सिख ने जिहड़े उत्थे पक्के भी रहिंदे ने ते समा समा सिर आंदे रहिंदे ने। भाई मनसुख है, भाई भकीरत है, बाबा बुढ़ा साहब जी ने, इस तरह के बहुत सारे सिख ने। गुरु साहब जी के अपने साहिबजादे भी ने, बाबा श्री चंद ते लक्ष्मी दास जी, और उत्थे ही भाई लैणा जी भी रहिंदे है। पर हैरानी की गल है भी गुरु साहब जी ने कोई काम कहना हुंदा है, आवाज़ श्री चंद नूं मारदे ने, पर आउंदे भाई लैणा जी ने। आवाज़ लक्ष्मी दास नूं वजदी है, पर आउंदे जिहड़े भाई लैणा जी ने। भाव कोई भी सेवा होवे, कोई भी काम होवे, भाव आख्या किसी होर नूं जांदा है, पर पहुँच जाते ने गुरु अंगद देव जी पिता महाराज, क्योंकि वो जागते ने। वो मन करके भी जागते ने, वो तन करके भी जागते ने। देखो गुरु दे बचनां दा, गुरु दे आवाज़ दा उन्होंने कितना ख्याल है। गुरु की एक आवाज़ ते उठ पैंदे ने। गुरु का वचन कन्नां दे विच पिया, वो काम करन वेले उस वेले तुर पैंदे ने। इस करके जो देखो रात कथूरी वंडिया है, सुत्या मिलै ना चाओ। रात नूं कथूरी वंडी जा रही है अमृत वेले, जिहड़े सुते ने उन्होंने नहीं मिले, क्योंकि जिन्ना नैन निंद्रावले तिन्ना मिलन को आओ। जिन्हां दी अखां विच नींद है, जिन्हां दे मन विच नींद है, जिन्हां दी अखां भी सुत्तियां ने, जिन्हां मन भी सुत्या है, उन्होंने एक जिहड़ी सुगंधी है ये नहीं प्राप्त होनी। ये दात प्यार वाले उन्होंने ही मिलती है जिहड़े जागते ने, मन करके भी जागते ने, तन करके भी जागते ने। क्योंकि जागत रहे
ਤਿੰਨੀ ਪ੍ਰਭ ਪਾਇਆ ਸ਼ਬਦੇ ਹੋਮੈ ਮਾਰੀ। ਜਿਹੜੇ ਜਾਗਦੇ ਰਹੇ ਉਹਨਾਂ ਨੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਤੇ ਸ਼ਬਦ ਦੇ ਰਾਹੀਂ ਉਹਨਾਂ ਨੇ ਆਪਣੀ ਹੋਮੈ ਨੂੰ ਮਾਰ ਲਿਆ। ਬੰਦੇ ਦੀ ਹੋਮੈ ਹੀ ਤਾਂ ਬੰਦੇ ਨੂੰ ਸਵੇਰੇ ਦੀ ਨੀਂਦ ਦੇ ਵੀ ਸਵਾ ਦਿੰਦੀ ਹੈ। ਜੇ ਬੰਦਾ ਆਪਣੀ ਮੈਂ ਨੂੰ ਛੱਡ ਦੇਵੇ, ਮੈਂ ਕੁਛ ਹੈ ਹੀ ਨਹੀਂ, ਸਭ ਕੁਝ ਪਰਮਾਤਮਾ ਹੀ ਹੈ, ਵਾਹਿਗੁਰੂ ਹੈ, ਪਰਮੇਸ਼ਰ ਹੈ, ਉਹੀ ਸਭ ਕੁਝ ਕਰ ਰਿਹਾ ਹੈ, ਤਾਂ ਮੈਂ ਛੱਡਦੇ ਸਾਰ ਸੱਚ ਜਾਣਨਾ। ਅੰਮ੍ਰਿਤ ਵੇਲੇ ਜਦੋਂ ਅਸੀਂ ਹਾਂ ਹੀ ਰੱਬ ਦੇ, ਰੱਬ ਨੇ ਤਨ ਦਿੱਤਾ ਹੈ, ਰੱਬ ਨੇ ਜੀਵਨ ਦਿੱਤਾ ਹੈ, ਤੇ ਫਿਰ ਇਹ ਰੱਬ ਦੀ ਬੰਦਗੀ ਵਾਸਤੇ ਮਿਲਿਆ ਤੇ ਉਹ ਫਿਰ ਰੱਬ ਦੀ ਬੰਦਗੀ ਚਲਾਉਂਦੇ ਨੇ। ਉਹ ਕਹਿ ਦਿੰਦੇ ਨੇ ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੋਭਤੇ ਕਿਆ ਲਾਗੈ ਮੇਰਾ। ਬੰਦਗੀ ਕਰਨ ਵਾਲੇ ਕਹਿੰਦੇ ਨੇ ਦਾਤਾ ਇਹ ਤਨ ਮੇਰਾ ਨਹੀਂ, ਇਹ ਜੀਵਨ ਮੇਰਾ ਨਹੀਂ, ਤੂੰ ਦਿੱਤਾ ਮੈਨੂੰ। ਤੇ ਜੇ ਤੇਰਾ ਇਹ ਦਿੱਤਾ ਹੋਇਆ ਸਰੀਰ ਮੈਂ ਤੇਰੀ ਯਾਦ ਵਿੱਚ ਪਾਓ ਤੈਨੂੰ ਸੌਂਪ ਦਿੰਦਾ। ਸੌਂਪਣ ਦਾ ਅਰਥ ਕੀ ਹੈ ਕਿ ਪਰਮਾਤਮਾ ਦੀ ਯਾਦ ਕਰਨੀ, ਪਰਮਾਤਮਾ ਦਾ ਸਿਮਰਨ ਕਰਨਾ, ਪਰਮਾਤਮਾ ਦੀ ਬੰਦਗੀ ਕਰਨੀ, ਇਹ ਸੌਂਪਣਾ ਹੈ। ਇਹ ਉਹਦੀ ਯਾਦ ਵਿੱਚ ਬਹਿ ਜਾਣਾ ਵੀ ਰੱਬਾ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਵੱਡੇ ਦੀਆਂ ਵਡਿਆਈਆਂ ਕਰਨੀਆਂ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ। ਤੇ ਜਿਨ੍ਹਾਂ ਨੇ ਇਹ ਸਮਝ ਲਿਆ ਕਿ ਮੇਰਾ ਆਪਣਾ ਕੁਛ ਨਹੀਂ ਹੈ, ਇਹ ਤਨ ਵੀ ਮੇਰਾ ਨਹੀਂ, ਇਹ ਧਨ ਵੀ ਮੇਰਾ ਨਹੀਂ, ਇਹ ਮਨ ਵੀ ਮੇਰਾ ਨਹੀਂ, ਉਹਨਾਂ ਨੂੰ ਸਮਝ ਆ ਗਈ ਹੈ ਕਿ ਜਿਸਕਾ ਤਨ ਮਨ ਤਨ ਸਭ ਤਿਸਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤੋ ਵਿਦ ਨੀਕੀ ਖਟਾਨੀ, ਜੀ ਕੀ ਏਕੈ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ ਤਿਲ, ਤਿੰਨ ਤਿਲ ਨਹੀਂ ਕੀਮਤ ਜਾਨੀ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, डिगे न डोले दृढ़ कर रहे हो, पूर्ण हुए तृप्तानी, ओए जो बीच हम तुम कछ होते, तिनकी बात बिलानी, अलंकार मिल थैली हुई है, ताते कनक वखानी। प्रगट्यो जोत सहज सुख शोभा, बाजे अनहत बाणी, कहो नानक नेचल कर बांधियो, गुर कीयो बंधानी। गुरु जिहड़ी बंधानी दा अर्थ है मर्यादा, गुरु जिहड़ी मर्यादा दिंदा है, सिख फिर उस मर्यादा की कमाई करता है, उस मर्यादा नूं कमाउंदा है। ਜਦੋਂ ਇਹ ਗੱਲ ਕਹੀ ਦਿੱਤੀ ਨਾ ਕਿ ਕਬੀਰ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਜੋ ਵੀ ਕੁਛ ਹੈ ਇਹ ਤਨ ਹੈ, ਇਹ ਮਨ ਹੈ, ਇਹ ਧਨ ਹੈ, ਇਹ ਤੇਰਾ ਹੈ। ਹੁਣ ਜੇ ਹੈ ਹੀ ਸਾਰਾ ਕੁਛ ਪਰਮਾਤਮਾ ਦਾ ਤਾਂ ਗੁਸਤਾਖੀ ਮਾਫ। ਫਿਰ ਤੇਰਾ ਤੁਝ ਕੋ ਸੋਭਤੇ ਕਿਆ ਲਾਗੈ ਮੇਰਾ, ਜੇ ਰੱਬ ਦਾ ਹੀ ਸਾਰਾ ਕੁਝ, ਤੇ ਜੇ ਰੱਬ ਨੂੰ ਅਰਪਣ ਕਰ ਦਿੱਤਾ, ਰੱਬ ਨੂੰ ਸੌਂਪ ਦਿੱਤਾ, ਰੱਬ ਦੀ ਯਾਦ ਦੇ ਵਿੱਚ ਇਹ ਜੀਵਨ ਲਾ ਲਿਆ, ਸਾਡਾ ਆਪਣਾ ਕੁਛ ਤੇ ਨਹੀਂ ਲੱਗਿਆ। ਇਹ ਗੱਲ ਵੱਖਰੀ ਹੈ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਬੰਦਗੀ ਕਰਦੇ ਹਾਂ, ਅਗਲੇ ਸਲੋਕ 'ਚੋਂ ਵਿਚਾਰ ਆਏਗੀ। ਇਸ ਕਰਕੇ ਬਾਬਾ ਫਰੀਦ ਜੀ ਕਹਿ ਰਹੇ ਨੇ ਜੋ ਜਾਗਨ ਲਹਿਨ ਸੇ, ਜੋ ਬੰਦੇ ਅੰਮ੍ਰਿਤ ਵੇਲੇ ਜਾਗਦੇ ਹਨ ਉਹ ਇਹ ਦਾਤ ਲੈ ਲੈਂਦੇ ਨੇ। ਸਾਈਂ ਕੰਨੋਂ ਦਾਤ, ਸਾਈਂ ਦਾ ਅਰਥ ਹੈ ਮਾਲਕ, ਪ੍ਰਭੂ, ਕੰਨੋਂ ਦਾ ਅਰਥ ਹੈ ਕੋਲੋਂ। ਪ੍ਰਭੂ ਕੋਲੋਂ ਉਹ ਮਨੁੱਖ ਜਿਹੜੇ ਨੇ ਇਹ ਬਖਸ਼ਿਸ਼ ਹਾਸਲ ਕਰਦੇ ਹਨ ਜਿਹੜੇ ਜਾਗਦੇ ਹਨ, ਕਿਉਂਕਿ ਜਾਗਤ ਰਹੇ ਤਿੰਨੀ ਪ੍ਰਭ ਪਾਇਆ। ਉਹਨਾਂ ਨੂੰ ਰੱਬ ਜੀ ਮਿਲੇ ਨੇ ਜਿਹੜੇ ਜਾਗਦੇ ਰਹੇ ਨੇ, ਜਿਨ੍ਹਾਂ ਨੇ ਸ਼ਬਦ ਰਾਹੀਂ ਹਉਮੈ ਮਾਰ ਲਈ ਹੈ। ਇੱਕ ਉਹ ਵੀ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ। ਇੱਕ ਨੂੰ ਗੁਰੂ ਸਾਹਿਬ ਕਹਿੰਦੇ ਨੇ ਜਾਗ ਵੀ ਰਹੇ ਨੇ ਤੇ ਸੁੱਤੇ ਵੀ ਨੇ। ਉਹ ਕੌਣ ਨੇ? ਜਦੋਂ ਗੁਰਮਤਿ ਨੂੰ ਬਹੁਤ ਡੂੰਘਾਈ ਵਿੱਚ ਜਾ ਕੇ ਬਾਣੀ ਦਾ ਅਭਿਆਸ ਕਰਾਂਗੇ, ਬਾਣੀ ਦੇ ਵਿੱਚ ਚੁੱਭੀ ਮਾਰਾਂਗੇ, ਤੇ ਸਾਨੂੰ ਬੜੇ ਕੀਮਤੀ ਖਜ਼ਾਨੇ ਇਸ ਬਾਣੀ ਚੋਂ ਪਿਆਰੋਂ ਪ੍ਰਾਪਤ ਹੁੰਦੇ ਹੈ। ਜਦੋਂ ਅਸੀਂ ਪੜ੍ਹਦੇ ਨਾ ਜਾਗਤ ਸੋਇਆ ਜਨਮ ਗਵਾਇਆ, ਤੇ ਕਦੇ ਧਿਆਨ ਦੇਣਾ ਕਿ ਜਿਹੜਾ ਬੰਦਾ ਜਾਗਦਾ ਉਹ ਸੁੱਤਾ ਨਹੀਂ ਹੈ, ਜਿਹੜਾ ਸੁੱਤਾ ਉਹ ਜਾਗਦਾ ਨਹੀਂ ਹੈ। ਔਰ ਜਿਹੜੇ ਕਹਿੰਦੇ ਵੀ ਨਾ ਆਪਾਂ ਆਵਾਜ਼ ਮਾਰੀਏ ਵੀ ਜਾਗਦੇ ਹੋ, ਉਹ ਕਹਿੰਦੇ ਨਹੀਂ ਸੁੱਤੇ ਨੇ, ਉਹ ਗਲਤ ਕਹਿੰਦੇ ਨੇ। ਉਹ ਅਸਲ 'ਚ ਜਾਗ ਰਹੇ ਹੁੰਦੇ ਨੇ ਤਾਂ ਆਵਾਜ਼ ਸੁਣੀ, ਜੇ ਸੁੱਤੇ ਹੁੰਦੇ ਤਾਂ ਆਵਾਜ਼ ਸੁਣੀ ਨਹੀਂ ਸਕਦੇ ਸੀ। ਕਈ ਵਾਰੀ ਕਿਸੇ ਨੂੰ ਆਵਾਜ਼ ਮਾਰੀਏ ਨਾ ਵੀ ਜਾਗਦੇ ਹੋ, ਕਹਿੰਦੇ ਨਹੀਂ ਜੀ ਸੁੱਤੇ ਸੀ। ਫਿਰ ਜੇ ਸੁੱਤਾ ਸੀ ਤੇ ਆਵਾਜ਼ ਕਿਵੇਂ ਸੁਣ ਗਈ? ਕਿ ਉਹ ਸੁੱਤੇ ਬੰਦੇ ਨੂੰ ਤਾਂ ਆਵਾਜ਼ ਸੁਣਦੀ ਨਹੀਂ।
ਪਾਓ ਕਿ ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਸਰੀਰ ਕਰਕੇ ਜੇ ਜਾਗਦੇ ਹਾਂ ਤਾਂ ਸੁੱਤੇ ਨਹੀਂ ਹਾਂ, ਜੇ ਸੁੱਤੇ ਹੋਏ ਹਾਂ ਫਿਰ ਜਾਗਦੇ ਨਹੀਂ ਹਾਂ। ਹਾਂ, ਜਾਗ ਖੁੱਲ ਸਕਦੀ ਹੈ, ਕੋਈ ਆਵਾਜ਼ ਮਾਰੇ, ਪਰ ਸੁੱਤੇ ਤਾਂ ਸੁੱਤੇ ਹੋਏ ਹਾਂ। ਔਰ ਜਦੋਂ ਕਿਸੇ ਨੇ ਆਵਾਜ਼ ਮਾਰੀ ਹੈ, ਜੇ ਜਾਗ ਗਏ ਨੇ ਫਿਰ ਜਾਗਦੇ ਆ, ਫਿਰ ਸੁੱਤੇ ਨਹੀਂ ਆ। ਹੁਣ ਗੁਰੂ ਸਾਹਿਬ ਇੱਥੇ ਕੀ ਕਹਿਣਾ ਚਾਹੁੰਦੇ ਨੇ, ਕਿਤੇ ਨੁਕਤਾ ਨੋਟ ਕਰਿਓ ਗੁਰੂ ਸਾਹਿਬ ਜੀ ਦਾ। ਜਾਗਤ ਸੋਇਆ ਜਨਮ ਗਵਾਇਆ, ਇਸ ਦਾ ਅਰਥ ਹੈ, ਸਾਡੀ ਵਿਚਾਰਧਾਰਾ ਬਾਰੇ ਕਹਿ ਰਹੇ ਨੇ ਕਿ ਜਾਗਤ ਸੋਇਆ, ਮਨੁੱਖ ਜਾਗਦਾ ਹੈ, ਮਨੁੱਖ ਸੁੱਤਾ ਹੋਇਆ ਹੈ। ਜਾਗਦਾ ਹੈ ਪਰਿਵਾਰ ਕਰਕੇ, ਸੁੱਤਾ ਹੈ ਪਰਮਾਤਮਾ ਕਰਕੇ। ਜਾਗਦਾ ਹੈ ਧਨ ਕਰਕੇ, ਮਨੁੱਖ ਸੁੱਤਾ ਹੈ ਧਰਮ ਕਰਕੇ। ਜਾਗਦਾ ਹੈ ਮਨੁੱਖ ਸੰਸਾਰ ਕਰਕੇ, ਸੁੱਤਾ ਹੈ ਨਿਰੰਕਾਰ ਕਰਕੇ। ਇਸ ਕਰਕੇ ਮਾਰ ਕਹਿੰਦੇ ਤੂੰ ਜਨਮ ਗਵਾ ਲਿਆ। ਜਾਗਿਆ ਤੇ ਸਹੀ, ਸੰਸਾਰ ਦੀ ਸੋਝੀ ਹੈ, ਨਿਰੰਕਾਰ ਦੀ ਨਹੀਂ ਹੈ। ਪਰਿਵਾਰ ਦੀ ਸੋਝੀ ਹੈ, ਪਰਮਾਤਮਾ ਦੀ ਨਹੀਂ ਹੈ। ਧਨ ਦੀ ਸੋਝੀ ਹੈ, ਧਰਮ ਬਾਰੇ ਤੈਨੂੰ ਕੋਈ ਇਲਮ ਨਹੀਂ ਹੈ, ਕੋਈ ਗਿਆਨ ਨਹੀਂ ਹੈ। ਧਰਮ ਕੀ ਹੈ? ਸਾਡੇ ਮਨ ਵਿੱਚ ਜਿਹੜੀ ਇਹ ਚੀਜ਼ ਚੱਲ ਰਹੀ ਹੈ, ਇਸ ਨੂੰ ਕਿਹਾ ਜਾਗਤ ਸੋਇਆ। ਵੀ ਤੂੰ ਜਾਗਦਾ ਤੇ ਹੈ, ਪਰਿਵਾਰ ਦੀ ਪੂਰੀ ਸੋਝੀ ਤੈਨੂੰ, ਪਰ ਪਰਮਾਤਮਾ ਦੀ ਨਹੀਂ ਹੈ। ਸੰਸਾਰ ਦੀ ਪੂਰੀ ਸੋਝੀ ਹੈ, ਪਰ ਨਿਰੰਕਾਰ ਦੀ ਨਹੀਂ ਹੈ। ਧਨ ਦੀ ਪੂਰੀ ਸੋਝੀ ਹੈ, ਪਰ ਧਰਮ ਦੀ ਨਹੀਂ ਹੈ। ਗੁਸਤਾਖੀ ਮਾਓ, ਕਈ ਬੰਦੇ ਦੇਖਦਾ ਮੈਂ ਕਿ ਉਹ ਬਹੁਤਾ ਸਮਾਂ ਬੰਦੀ ਕਰਨ ਤੋਂ ਬਾਅਦ ਹੀ ਸੰਸਾਰ ਦੀਆਂ ਗੱਲਾਂ ਵਿੱਚ ਖਚਿਤ ਰਹਿੰਦੇ ਨੇ, ਅਖਬਾਰ ਦੇ ਰਾਹੀਂ, ਟੀਵੀ ਦੇ ਰਾਹੀਂ, ਨਾਟਕਾਂ ਦੇ ਰਾਹੀਂ, ਫਿਲਮਾਂ ਦੇ ਰਾਹੀਂ। ਤੇ ਇਹ ਕਹਿਣ ਦੇਣਾ ਮੈਨੂੰ ਕਿ ਅਜੇ ਉਹ ਮਨੁੱਖ ਸੁੱਤੇ ਹੀ ਨੇ, ਜਾਗੇ ਨਹੀਂ ਹਨ। ਜਿਵੇਂ ਜਿਵੇਂ ਮਨੁੱਖ ਜਾਗੇਗਾ ਉਹਨਾਂ ਦਾ ਪਿਆਰ ਛੁੱਟੇਗਾ, ਇਹ ਮੈਂ ਗਾਰੰਟੀ ਨਾਲ ਕਹਿ ਸਕਦਾ। ਜਦੋਂ ਬਾਣੀ ਵਾਲੇ ਪਾਸੇ ਲਗਾਂਗੇ ਨਾ, ਧਰਮ ਵਾਲੇ ਪਾਸੇ ਜੁੜਾਂਗੇ, ਤੇ ਧਨ ਦੀ ਪਕੜ ਘਟੇਗੀ। ਜਦੋਂ ਅਸੀਂ ਨਿਰੰਕਾਰ ਵਾਲੇ ਪਾਸੇ ਜੁੜਾਂਗੇ ਨਾ, ਤੇ ਸੰਸਾਰ ਵਾਲਾ ਪਾਸਾ ਘਟੇਗਾ ਸਾਡਾ। ਨਿਰੰਕਾਰ ਦੀ ਯਾਦ ਜਿਵੇਂ ਵਧੇਗੀ, ਸੰਸਾਰ ਦੀ ਯਾਦ ਉਤਨੀ ਘਟਦੀ ਜਾਵੇਗੀ। ਪਰਮਾਤਮਾ ਦੀ ਯਾਦ ਜਿਤਨੀ ਜੀਵਨ 'ਚ ਵਧੇਗੀ, ਪਰਿਵਾਰ ਦੀ ਯਾਦ ਉਤਨੀ ਘਟਦੀ ਜਾਵੇਗੀ, ਔਰ ਪਰਿਵਾਰ ਦਾ ਉਤਨਾ ਮੋਹ ਸਾਡਾ ਘਟਦਾ ਜਾਵੇਗਾ। ਇਸ ਪ੍ਰਥਾ ਕਹਿ ਰਹੇ ਨੇ ਮਹਾਰਾਜ, ਕਹਿੰਦੇ ਤੂੰ ਜਾਗਦਾ ਹੈ ਪਰ ਤੂੰ ਸੁੱਤਾ ਹੋਇਆ ਹੈ। ਕਿਉਂਕਿ ਤੂੰ ਜਾਗਦਾ ਹੈ ਪਰਿਵਾਰ ਕਰਕੇ, ਧਨ ਕਰਕੇ ਔਰ ਸੰਸਾਰ ਕਰਕੇ। ਤੂੰ ਸੁੱਤਾ ਹੋਇਆ, ਤੈਨੂੰ ਕੋਈ ਸੋਝੀ ਨਹੀਂ ਧਰਮ ਕੀ ਹੈ, ਧਰਮ ਦਾ ਹੁਕਮ ਕੀ ਹੈ ਸਾਡੇ ਵਾਸਤੇ, ਧਰਮ ਦੀ ਵਿਆਖਿਆ ਕੀ ਹੈ, ਧਰਮ ਕੀ ਚੀਜ਼ ਦਾ ਨਾਂ ਹੈ, ਬੰਦੇ ਨੂੰ ਪਤਾ ਹੀ ਨਹੀਂ। ਅੱਜ ਹੀ ਅਸੀਂ ਧਰਮ ਦਾ ਸਵਾਲ ਲੈ ਕੇ ਜੇ ਪਬਲਿਕ ਵਿੱਚ ਜਾਈਏ ਨਾ, ਔਰ ਪੁੱਛੀਏ ਵੀ ਧਰਮ ਕੀ ਹੈ, ਤੇ ਬਹੁਤਿਆਂ ਨੂੰ ਪਤਾ ਹੀ ਨਹੀਂ ਧਰਮ ਕੀ ਹੈ। ਉਹ ਕਹਿਣਗੇ ਸਿੱਖ ਧਰਮ ਹੈ, ਜੈਨ ਧਰਮ ਹੈ, ਬੌਧ ਧਰਮ ਹੈ, ਈਸਾਈ ਧਰਮ ਹੈ ਜੀ, ਫਲਾਣਾ ਧਰਮ ਹੈ, ਯਹੂਦੀ ਨੇ, ਪਾਰਸੀ ਨੇ। ਪਰ ਉਹਨਾਂ ਪਿੱਛੇ ਧਰਮ ਕੀ ਹੈ ਅਸਲ 'ਚ? ਇਹ ਤਾਂ ਕਿਸਮਾਂ ਹੋ ਗਈਆਂ ਧਰਮ ਦੀਆਂ, ਵੱਖ ਵੱਖ ਸ਼ਾਖਾਵਾਂ ਹੋ ਗਈਆਂ ਧਰਮ ਦੀਆਂ। ਤੇ ਗੁਸਤਾਖੀ ਮਾਫ, ਬਹੁਤੇ ਲੋਕਾਂ ਨੂੰ ਧਰਮ ਬਾਰੇ ਵੀ ਜਾਣਕਾਰੀ ਨਹੀਂ ਹੈ। ਔਰ ਜਿਹੜੇ ਬਾਣੀ ਪੜ੍ਹਦੇ ਨੇ ਉਹ ਫਿਰ ਕਹਿਣਗੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ ਹੈ ਜਿਹੜਾ ਹਰੀ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਤੇ ਜੀਵਨ ਵਿੱਚ ਨਿਰਮਲ ਕਰਮ ਕਰਦਾ ਹੈ। ਇਹ ਗੱਲ ਪਕੜ ਲੈਣਾ। ਜੇ ਚੰਗਾ ਜੈਨੀ, ਬੋਧੀ, ਈਸਾਈ, ਸਿੱਖ, ਮੁਸਲਮਾਨ, ਕੋਈ ਵੀ ਧਰਮ ਤੁਸੀਂ ਅਪਣਾਉਣਾ ਤੇ ਸ੍ਰੇਸ਼ਟ ਧਰਮ ਸਾਰਿਆਂ ਵਿੱਚੋਂ ਇਹ ਹੋਏਗਾ ਕਿ ਹਰੀ ਪਰਮਾਤਮਾ ਦਾ ਤੁਸੀਂ ਨਾਮ ਜਪੋ ਅਤੇ ਨਿਰਮਲ ਕਰਮ ਕਰੋ। ਫਿਰ ਤੁਸੀਂ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਹੋ, ਤੁਸੀਂ ਸ੍ਰੇਸ਼ਟ ਧਰਮ ਦੇ ਧਾਰਨੀ ਹੋਵੋਗੇ। ਇਸ ਤਰ੍ਹਾਂ ਵਿਆਖਿਆ ਕਰੀਏ ਧਰਮ ਦੀ। ਕਿਸੇ ਵੀ ਧਰਮ ਨੂੰ ਮੰਨਣ ਵਾਲਾ ਜੇ ਉਹ ਹਰੀ ਦਾ ਨਾਮ ਜਪਦਾ ਹੈ ਔਰ ਜੀਵਨ ਵਿੱਚ ਨਿਰਮਲ ਕਰਮ ਕਰਦਾ ਹੈ। ਔਰ ਮੈਨੂੰ ਗੁਸਤਾਖੀ ਮਾਫ ਕਹਿਣ ਦੇਣਾ, ਦੁਨੀਆ ਦੇ ਵਿੱਚ 100 ਦੇ ਵਿੱਚੋਂ 1% ਮਨੁੱਖ ਮੁਸ਼ਕਿਲ ਨਾਲ ਨੇ, ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਨੇ, ਭਾਵੇਂ ਉਹ ਈਸਾਈ ਨੇ, ਯਹੂਦੀ ਨੇ, ਪਾਰਸੀ ਨੇ, ਸਿੱਖ ਨੇ, ਪਰ ਇਹ ਵਾਲਾ ਧਰਮ ਉਹਨਾਂ ਕੋਲ ਨਹੀਂ ਹੈ। ਆਪੋ ਆਪਣੇ ਧਰਮ ਸਾਰਿਆਂ ਕੋਲ ਹੈਗੇ ਨੇ। ਕਈਆਂ ਕੋਲ ਧਰਮ ਦੀ ਉੱਪਰ ਦੀ ਮਰਿਆਦਾ ਵੀ ਹੈਗੀ ਹੈ, ਪਰ ਧਰਮ ਦੀ ਅੰਦਰ ਦੀ ਜੋ ਆਤਮਾ ਹੈ, ਧਰਮ ਦਾ ਜੋ ਵਜੂਦ ਹੈ, ਉਹ ਨਹੀਂ ਹੈ ਲੋਕਾਂ ਕੋਲ। ਇਸ ਕਰਕੇ ਹਰੀ ਪਰਮਾਤਮਾ ਦਾ ਨਾਮ ਜਪਣਾ ਔਰ ਜੀਵਨ ਵਿੱਚ ਨਿਰਮਲ ਕਰਮ ਕਰਨੇ, ਇਹ ਧਰਮ ਹੈ। ਮੈਂ ਬੇਨਤੀ ਕਰ ਰਿਹਾ ਸੀ ਕਿ
ਅਸੀਂ ਜਾਗੀਏ ਧਰਮ ਕਰਕੇ, ਸੰਸਾਰ ਕਰਕੇ ਨਾ ਜਾਗੀਏ, ਨਿਰੰਕਾਰ ਕਰਕੇ ਜਾਗੀਏ। ਨਹੀਂ ਕੀ ਹੋਏਗਾ, ਜਾਗਤ ਸੋਇਆ ਜਨਮ ਗਵਾਇਆ। ਜਾਗਦੇ ਸੁੱਤੇ ਰਵਾਂਗੇ, ਜਨਮ ਗਵਾ ਲਾਂਗੇ। ਮਾਲ ਧਨ ਜੋੜਿਆ, ਅਸੀਂ ਧਨ ਇਕੱਠਾ ਕਰ ਲਵਾਂਗੇ, ਮਾਲ ਧਨ ਤਾਂ ਇਕੱਠਾ ਕਰ ਲਵਾਂਗੇ, ਦੁਨੀਆ ਦਾ ਪੈਸਾ ਇਕੱਠਾ ਕਰ ਲਵਾਂਗੇ, ਠੱਗੀਆਂ ਮਾਰ ਕੇ, ਧੋਖਾ ਦੇ ਕੇ, ਭਰਾਵਾਂ ਦਾ ਛਿਨ ਕੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ। ਪਰ ਇਹ ਭੁਲੇਖੇ 'ਚ ਨਾ ਰਹਿਣਾ। ਗੁਰੂ ਨਾਨਕ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਮਾਲ ਧਨ ਜੋੜਿਆ ਭਇਆ ਪਰਾਇਆ। ਤੂੰ ਮਾਲ ਧਨ ਇਕੱਠਾ ਕਰ ਲਏਂਗਾ ਕਿਉਂਕਿ ਤੂੰ ਸੰਸਾਰ ਕਰਕੇ ਜਾਗਦਾ ਹੈ। ਸੰਸਾਰ ਦੀ ਤੈਨੂੰ ਸੋਝੀ ਹੈ, ਸੰਸਾਰ 'ਚ ਕਿਵੇਂ ਪੈਸਾ ਕਮਾਉਣਾ ਹੈ, ਕਿਹੜੀ ਚੀਜ਼ 'ਚ ਪੈਸਾ ਲਾਉਣਾ ਹੈ, ਕਿੱਦਾਂ ਲੋਕਾਂ ਨੂੰ ਠੱਗਣਾ, ਕਿੱਦਾਂ ਬੇਵਕੂਫ ਬਣਾਉਣਾ, ਤੈਨੂੰ ਸੰਸਾਰ ਬਾਰੇ ਕਿਉਂਕਿ ਜਾਣਕਾਰੀ ਹੈ। ਤੂੰ ਸੰਸਾਰ ਦੇ ਵਿੱਚ ਖਚਿਤ ਗਲਤਾਨ 'ਚੋਂ ਰਹਿਣਾ, ਤੂੰ ਧਨ ਤਾਂ ਜੋੜ ਲਏਂਗਾ। ਪਰਿਵਾਰ ਦੀ ਸੋਝੀ ਹੈ, ਪਰਮਾਤਮਾ ਕੋਲੋਂ ਕਿਵੇਂ ਧਨ ਇਕੱਠਾ ਕਰਨਾ, ਕਿਹੜੇ ਬੰਦੇ ਨੂੰ ਕਿਹੜੇ ਕੰਮ 'ਚ ਭੇਜੀਏ, ਤੂੰ ਧਨ ਤਾਂ ਕਮਾ ਲਏਂਗਾ। ਫਿਰ ਧਨ ਦੀ ਤੈਨੂੰ ਸੋਝੀ ਹੈ ਕਿ ਧਨ 1 ਤੋਂ 2 ਕਿਵੇਂ ਹੋਣਗੇ, 2 ਤੋਂ 4 ਕਿਵੇਂ ਹੋਣਗੇ, ਇਹ ਇਕੱਠਾ ਕਰ ਲਏਂਗਾ। ਪਰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿ ਮਾਲ ਧਨ ਜੋੜਿਆ। ਜਦੋਂ ਤੂੰ ਜਾਗਦਾ ਰਹੇਗਾ ਇਹਨਾਂ ਸੰਸਾਰ ਕਰਕੇ, ਪਰਿਵਾਰ ਕਰਕੇ, ਧਨ ਕਰਕੇ, ਤੇ ਮਾਲ ਤਾਂ ਇਕੱਠਾ ਕਰ ਲਏਂਗਾ ਸੋਹਣਾ। ਪਰ ਇਹ ਗੱਲ ਪੱਕੀ ਯਾਦ ਰੱਖਣੀ ਵੀ ਜਿਸ ਦਿਨ ਦੁਨੀਆ ਤੋਂ ਜਾਣਾ ਹੋਇਆ ਪਰਾਇਆ ਹੋ ਜਾਣਾ ਹੈ। ਹਾਲ ਤੱਕ ਕਈ ਵਾਰੀ ਦੇਖਣ ਨੂੰ ਮਿਲਦੇ ਆ ਸਮਾਜ 'ਚ, ਜਿਉਂਦੇ ਜੀ ਬੰਦਾ ਦਾ ਸਭ ਕੁਝ ਹੁੰਦਾ ਤੇ ਬੰਦੇ ਕੋਲ ਕੱਖ ਨਹੀਂ ਛੱਡਦੀ ਔਲਾਦ। ਸੰਤਾਨ ਕਹਿੰਦੀ ਇਹ ਸਭ ਕੁਝ ਸਾਡਾ, ਤੁਹਾਡਾ ਕਿਆ ਮਤਲਬ ਇਸ ਦੇ ਨਾਲ। ਮਾਤਾ ਪਿਤਾ ਨੂੰ ਸਮਝਦੇ ਨਹੀਂ ਕੁਛ ਵੀ। ਇਸ ਕਰਕੇ ਇਸ ਨੇ ਪਰਾਇਆ ਹੋ ਜਾਣਾ। ਉਸ ਨੂੰ ਕਬੀਰ ਸਾਹਿਬ ਨੇ ਤਾਂ ਕਿਹਾ ਵੀ ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਇਸ ਧਨ ਨੇ ਰੋਣਾ ਨਹੀਂ ਸਾਨੂੰ। ਇਸ ਕਰਕੇ ਭਾਈ ਜਾਗੀਏ। ਜੇ ਜਾਗਾਂਗੇ ਤੇ ਕੀ ਹੋਏਗਾ, ਜੋ ਜਾਗਨ ਲਹਿਨ ਸੇ, ਜਿਹੜੇ ਕੀ ਧਰਮ ਕਰਕੇ ਜਾਗ ਜਾਣਗੇ, ਨਿਰੰਕਾਰ ਕਰਕੇ ਜਾਗ ਜਾਣਗੇ, ਪਰਮਾਤਮਾ ਕਰਕੇ ਜਾਗ ਜਾਣਗੇ, ਉਹ ਇਹ ਦਾਤ ਰੱਬ ਜੀ ਕੋਲੋਂ ਪ੍ਰਾਪਤ ਕਰ ਲੈਣਗੇ, ਵਾਹਿਗੁਰੂ ਜੀ ਕੋਲੋਂ ਪ੍ਰਾਪਤ ਕਰ ਲੈਣਗੇ। ਸਾਈਂ ਕੰਨੋਂ ਦਾਤ, ਸਾਈਂ ਦਾ ਅਰਥ ਹੈ ਪਰਮਾਤਮਾ, ਕੰਨੋਂ ਦਾ ਅਰਥ ਹੈ ਕੋਲੋਂ, ਦਾਤ ਦਾ ਅਰਥ ਹੈ ਇਹ ਬਖਸ਼ਿਸ਼, ਇਹ ਰਹਿਮਤ, ਇਹ ਹਾਸਲ ਕਰ ਲੈਣਗੇ। ਆਓ ਕਿ ਗੁਰੂ ਸਾਹਿਬ ਕਹਿਣਾ ਚਾਹੁੰਦੇ ਨੇ ਕਿ ਅੰਮ੍ਰਿਤ ਵੇਲੇ ਦੀ ਬੰਦਗੀ ਵਿੱਚੋਂ ਇਹ ਲਾਭ ਨਿਕਲਣੇ ਹਨ। ਕਿਹੜੇ ਲਾਭ? ਬੇਮੁਤਾਜੀ ਮੁੱਕ ਜਾਣੀ ਹੈ, ਪਾਪਾਂ ਦੀ ਨਿਮਰਤੀ ਹੋ ਜਾਣੀ ਹੈ, ਰਜਾ ਵਿੱਚ ਰਹਿਣਾ ਆ ਜਾਣਾ ਹੈ, ਮਾਇਆ ਦੀ ਮਾਰ ਤੋਂ ਤੁਸੀਂ ਬਚ ਜਾਓਗੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਪਿੱਛੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਜੋ ਕੱਲ ਦੇ ਦੀਵਾਨ ਵਿੱਚ ਜਿਨ੍ਹਾਂ ਨੇ ਕਥਾ ਸਰਵਣ ਕੀਤੀ, ਤੇ ਉਹਨਾਂ ਨੇ ਇਹ ਗੱਲ ਨੂੰ ਸਮਝਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਚੀਜ਼ਾਂ ਤੇਰੇ ਜੀਵਨ ਵਿੱਚੋਂ ਮੁੱਕ ਜਾਣਗੀਆਂ, ਤੇਰੇ ਜੀਵਨ ਵਿੱਚੋਂ ਵਾਹਿਗੁਰੂ ਦੀ ਬਖਸ਼ਿਸ਼ ਜਿਹੜੀ ਹੈ ਉਹ ਪ੍ਰਾਪਤ ਹੋ ਜਾਵੇਗੀ। ਫਿਰ ਅਗਲੇ ਵਚਨ ਕੀਤੇ, ਦਾਤੀ ਸਾਹਿਬ ਸੰਦਿਆਂ ਕਿਆ ਚੱਲੈ ਤਿਸ ਨਾਲ। ਦਾਤੀ ਦਾ ਅਰਥ ਹੈ ਬਖਸ਼ਿਸ਼ਾਂ। ਬਖਸ਼ਿਸ਼ਾਂ ਜਿਹੜੀਆਂ ਉਹ ਸਾਹਿਬ ਕੋਲੋਂ ਮਿਲਦੀਆਂ ਨੇ। ਪਾਓ ਕਿ ਪਰਮਾਤਮਾ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ ਇਹ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਹਾਸਲ ਨਹੀਂ ਹੁੰਦੀਆਂ। ਇਹ ਬਖਸ਼ਿਸ਼ਾਂ ਦੇਣ ਵਾਲਾ, ਇਹ ਰਹਿਮਤਾਂ ਵਰਤਾਉਣ ਵਾਲਾ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ। ਇਸ ਕਰਕੇ ਇਹ ਜੀਵਨ 'ਚ ਵਿਚਾਰ ਕਰਨਾ, ਇਹ ਵਿਆਖਿਆ ਨੂੰ ਸਮਝਣਾ ਜੋ ਬਾਬਾ ਫਰੀਦ ਜੀ ਆਖ ਰਹੇ ਨੇ। ਕਹਿੰਦੇ ਦਾਤੀ ਸਾਹਿਬ ਸੰਦਿਆਂ ਕਿਆ ਚੱਲੈ ਤਿਸ ਨਾਲ। ਇੱਕ ਜਾਗਨ ਦੇ ਨਾਲ ਐਨ, ਇੱਕ ਨਾ ਸੁੱਤਿਆਂ ਦੇ ਉਠਾਲ। ਸਤਿਗੁਰੂ ਜੀ ਇਹ ਸਮਝਾਉਣਾ ਚਾਹੁੰਦੇ ਨੇ ਭਗਤ ਸਾਹਿਬ ਜੀ ਦੀ ਰਚਨਾ ਤੋਂ ਬਿਰਾਜਮਾਨ ਹੋ ਕੇ ਸ਼ੇਖ ਫਰੀਦ ਜੀ ਦੀ, ਕਿ ਬਖਸ਼ਿਸ਼ਾਂ ਮਾਲਕ ਦੀਆਂ ਆਪਣੀਆਂ ਹਨ, ਦਾਤਾਂ ਮਾਲਕ ਦੀਆਂ ਆਪਣੀਆਂ ਨੇ। ਉਸ ਮਾਲਕ ਨਾਲ ਕਿਸੇ ਦਾ ਕੀ ਜ਼ੋਰ ਚੱਲ ਸਕਦਾ ਹੈ? ਕਿਆ ਚੱਲਦਾ ਤਿਸ ਨਾਲ? ਦੇਖੋ ਬਖਸ਼ਿਸ਼ਾਂ ਜਿਹੜੀਆਂ ਨੇ, ਦਾਤਾਂ ਜਿਹੜੀਆਂ ਨੇ ਉਹ ਵਾਹਿਗੁਰੂ ਦੀਆਂ ਆਪਣੀਆਂ ਨੇ। ਜਿਹੜੀ ਗੱਲ ਪਿਛਲੇ ਸ਼ਲੋਕ 'ਚ ਕਹੀ ਨਾ ਬਾਬਾ ਜੀ ਨੇ ਕਿ ਸਾਈਂ ਕੰਨੋਂ ਦਾਤ, ਤੇ ਪਿਆਰ ਵਾਲੇ ਸੱਚ ਜਾਣਨਾ, ਦਾਤ ਵਾਕਈ ਰੱਬ ਜੀ ਕੋਲ ਹੈ। ਉੱਥੇ ਉਸ ਦਾਤ ਨੂੰ ਪ੍ਰਾਪਤੀ ਦਾ ਸਾਡੇ ਕੋਲ ਜ਼ੋਰ ਨਹੀਂ ਹੈ ਕੋਈ ਵੀ ਰੱਬ ਜੀ ਕੋਲੋਂ ਖੋਹ ਲਈਏ ਅਸੀਂ ਕੋਈ ਦਾਤ। ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ
कि बख्शिशां ਜਿਹੜੀਆਂ ਨੇ ਉਹ ਮਾਲਕ ਦੇ ਕੋਲ ਹਨ। ਦੋ ਇੱਕ ਬਾਣੀ ਦੇ ਫਰਮਾਨ ਲਈਏ। ਸਾਹਿਬ ਕਹਿੰਦੇ ਨੇ, ਦਾਤੈ ਦਾਤ ਰਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਸਾਰੇ ਨਿਧਾਨ, ਸਾਰੀਆਂ ਨਿਧੀਆਂ ਰਿੱਧੀਆਂ ਸਿੱਧੀਆਂ, ਸਭ ਕੁਝ ਪਰਮਾਤਮਾ ਨੇ ਆਪਣੇ ਹੱਥ ਦੀ ਤਲੀ ਤੇ ਰੱਖਿਆ ਹੋਇਆ ਹੈ। ਸਾਰੀਆਂ ਦਾਤਾਂ ਦਾਤੇ ਪਰਮਾਤਮਾ ਦੇ ਕੋਲ ਹੈ, ਉਹਦੇ ਹੱਥ ਤੇ ਰੱਖੀਆਂ ਸਾਰੀਆਂ ਦਾਤਾਂ। ਕਿਉਂਕਿ ਬਖਸ਼ਿਸ਼ਾਂ ਮਾਲਕ ਦੀਆਂ ਆਪਣੀਆਂ ਹਨ। ਰਹਿਮਤ ਉਸ ਮਾਲਕ ਕੋਲੋਂ ਹੀ ਮਿਲ ਰਹੀ ਹੈ, ਪਰਮੇਸ਼ਰ ਕੋਲੋਂ ਹੀ ਪ੍ਰਾਪਤ ਹੋਣੀ ਹੈ। ਉਸ ਮਾਲਕ ਨਾਲ ਕਿਆ ਚੱਲ ਰਿਹਾ ਤਿਸ ਨਾਲ, ਉਸ ਮਾਲਕ ਨਾਲ ਕਿਸੇ ਦਾ ਕੀ ਜ਼ੋਰ ਚੱਲ ਸਕਦਾ ਹੈ। ਮੈਂ ਬੇਨਤੀ ਕਰਾਂ, ਇੱਕ ਰੱਬ ਹੀ ਐਸਾ ਜਿੱਥੇ ਬੰਦੇ ਦਾ ਜ਼ੋਰ ਨਹੀਂ ਹੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਪਿਤਾ ਨੇ ਸਾਨੂੰ ਸਮਝਾਇਆ ਸੀ ਕਿ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਏਕ ਪੀਰ ਨਾ ਦੇ 10 ਪੀਰ ਲੈ ਤੋ ਮੂੜਾ ਕਹੋ ਕਹਾਂ ਕਰੇ। ਵੀ ਵਿਚਾਰ ਕਰਕੇ ਤੇ ਜੀਵਨ ਵਿੱਚ ਦਾਤਾ ਜੋ ਮੰਗਿਆ ਸੀ ਉਹ ਵੀ ਨਾ ਦੇਵੇ, ਜੋ ਪਹਿਲਾਂ ਦਿੱਤੀਆਂ ਨੇ ਜੇ ਵਾਹਿਗੁਰੂ ਪਰਮੇਸ਼ਰ ਉਹ ਵੀ ਖੋ ਲਵੇ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਏਕ ਪੀਰ ਨਾ ਦੇ, ਇੱਕੋ ਜਿਹੜੀ ਮੰਗੀ ਸੀ ਉਹ ਵੀ ਨਾ ਦੇਵੇ। 10 ਵੀ ਹਿੱਲੇ ਜੋ ਸਾਡੇ ਕੋਲ ਨੇ ਪਹਿਲਾਂ ਉਹ ਵੀ ਸਭ ਖੋ ਲਵੇ। ਤੇ ਹੇ ਮੂਰਖਾ, ਤੂੰ ਕੀ ਕਰੇਂਗਾ ਪਰਮਾਤਮਾ ਦਾ? ਰੱਬ ਦਾ ਕੁਝ ਕਰ ਸਕਦਾ? ਕਿਉਂਕਿ ਰੱਬ ਦੇ ਉੱਤੇ ਤੇਰਾ ਕੋਈ ਜ਼ੋਰ ਤਾਂ ਹੈ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਨੇ ਵਿਚਾਰ ਸਾਨੂੰ ਬਖਸ਼ੀ, ਏਕ ਪੀ ਨਾ ਦੇ 10 ਪੀ ਹਿੱਲੇ ਤੋਂ ਮੂੜਾ ਕਹੋ ਕਹਾਂ ਕਰੇ। ਜਿਸ ਠਾਕੁਰ ਸੋ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰ। ਇੱਥੇ ਤੇਰਾ ਜ਼ੋਰ ਨਹੀਂ ਚੱਲਦਾ, ਉੱਥੇ ਨਮਸਕਾਰ ਕਰਨੀ ਹੀ ਬਣਦੀ ਹੈ। ਇਹ ਗੱਲ ਪੱਕੀ ਕਰ ਲੈਣਾ ਕਿ ਰੱਬ ਕੋਲ ਦਾਤਾਂ ਨੇ ਔਰ ਅਸੀਂ ਕਿਸੇ ਜ਼ੋਰ ਤੋਂ ਨਹੀਂ ਲੈ ਸਕਦੇ। ਨਾ ਧਨ ਦੇ ਜ਼ੋਰ ਦੇ ਨਾਲ, ਨਾ ਗਿਆਨ ਦੇ ਜ਼ੋਰ ਦੇ ਨਾਲ, ਨਾ ਬਲ ਦੇ ਨਾਲ, ਨਾ ਹੋਰ ਕਿਸੇ ਸਿਆਣਪ ਦੇ ਨਾਲ ਰੱਬ ਦੇ ਕੋਲੋਂ ਦਾਤਾਂ ਅਸੀਂ ਇਸ ਤਰੀਕੇ ਨਾਲ ਬਿਲਕੁਲ ਨਹੀਂ ਜੀ ਲੈ ਸਕਦੇ। ਕਿਉਂਕਿ ਪਰਮਾਤਮਾ ਨਾ ਕਿਸੇ ਦਾ ਜ਼ੋਰ ਕਬੂਲ ਕਰਦਾ ਹੈ, ਨਾ ਹੀ ਪਰਮਾਤਮਾ ਕਿਸੇ ਦੇ ਗਿਆਨ ਤੋਂ ਪ੍ਰਭਾਵਿਤ ਹੁੰਦਾ ਹੈ। ਇਹਨਾਂ ਚੀਜ਼ਾਂ ਨੂੰ ਜੀਵਨ ਦੇ ਅੰਦਰ ਆਪਾਂ ਸਮਝੀਏ, ਜੀਵਨ ਨੂੰ ਇੱਦਾਂ ਦਾ ਬਣਾਈਏ ਵੀ ਜਿਸ ਬਖਸ਼ਿਸ਼ਾਂ ਮਾਲਕ ਦੀਆਂ ਆਪਣੀਆਂ ਨੇ ਤੇ ਸਾਡਾ ਕੋਈ ਜ਼ੋਰ ਨਹੀਂ। ਮਾਲਕ ਦੇ ਕੋਲ ਜੋ ਕੁਝ ਪਿਆ ਅਸੀਂ ਆਪਣੀ ਸਿਆਣਪ ਦੇ ਨਾਲ, ਚਲਾਕੀ ਦੇ ਨਾਲ, ਚਤਰਾਈ ਦੇ ਨਾਲ ਜਾਂ ਕੋਈ ਚੀਜ਼ ਭੇਟਾ ਕਰਨ ਦੇ ਨਾਲ ਉਸ ਦੇ ਕੋਲੋਂ ਨਹੀਂ ਲੈ ਸਕਦੇ। ਉਹਦੀ ਮਰਜ਼ੀ ਹੈ, ਉਹਦਾ ਦਿਲ ਕਰੇ ਦੇ ਸਕਦਾ। ਉਹਦੀ ਆਪਣੀ ਮਰਜ਼ੀ, ਦਾਤਾਂ ਆਪਣੀਆਂ ਨੇ ਮਾਲਕ ਦੀਆਂ। ਇਸ ਕਰਕੇ ਗੁਰਬਾਣੀ ਆਖਦੀ ਹੈ ਕਿ ਉੱਥੇ ਭਾਈ ਤੇਰਾ ਜ਼ੋਰ ਨਹੀਂ ਹੈ। ਨਾ ਤੂੰ ਜ਼ੋਰ ਕਰਕੇ ਸੰਸਾਰ 'ਚ ਆਇਆ। ਸਰਫੈ ਸਰਫੈ ਸਦਾ ਸਦਾ ਇਵੇਂ ਗਈ ਵਿਹਾਏ, ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆ ਹੀ ਲੈ ਜਾਏ। ਜ਼ੋਰ ਹੈ ਨਹੀਂ ਸਾਡਾ, ਨਾ ਜਨਮ ਦੇ ਵਿੱਚ ਹੈ, ਨਾ ਜਦੋਂ ਲੈ ਕੇ ਜਾਂਦਾ ਉਦੋਂ ਵੀ ਜ਼ੋਰ ਨਹੀਂ, ਨਾ ਇਹਨਾਂ ਦਾਤਾਂ ਦੇ ਵਿੱਚ ਕੋਈ ਸਾਡਾ ਜ਼ੋਰ ਹੈ। ਜੇ ਸਾਡਾ ਜ਼ੋਰ ਚੱਲਦਾ ਹੀ ਨਹੀਂ ਪਰਮਾਤਮਾ ਦੇ ਅੱਗੇ, ਔਰ ਜਿੱਥੇ ਜ਼ੋਰ ਨਾ ਚੱਲੇ ਉੱਥੇ ਕੇਵਲ ਨਮਸਕਾਰ ਕਰਨੀ ਬਣਦੀ ਹੈ। ਨਮਸਕਾਰ ਕਰਨ ਦਾ ਅਰਥ ਹੈ ਅਰਦਾਸ ਕਰਨੀ, ਉੱਥੇ ਝੁਕਣਾ ਹੀ ਬਣਦਾ ਹੈ। ਜਿੱਥੇ ਸਾਡਾ ਜ਼ੋਰ ਨਹੀਂ ਚੱਲ ਰਿਹਾ ਫਿਰ ਸਾਨੂੰ ਆਪਣਾ ਆਪ ਉੱਥੇ ਅਰਪਣ ਕਰ ਦੇਣਾ ਚਾਹੀਦਾ ਹੈ। ਦੂਜਾ ਤਰੀਕਾ ਇਹ ਹੈ, ਇੱਕ ਤਾਂ ਹੈ ਕਿ ਮੈਂ ਕਿਸੇ ਕੋਲੋਂ ਕੋਈ ਜ਼ੋਰ ਦੇ ਨਾਲ ਕੋਈ ਚੀਜ਼ ਖੋਜ ਸਕਦਾ। ਸੰਸਾਰ ਦੇ ਵਿੱਚ ਕੋਈ ਚੀਜ਼ ਕਿਸੇ ਕੋਲੋਂ ਬੰਦਾ ਜ਼ੋਰ ਦੇ ਨਾਲ ਆਪਣਾ ਖੋਣ ਦਾ ਯਤਨ ਕਰ ਲੈਂਦਾ, ਕਈ ਵਾਰੀ ਖੋ ਵੀ ਲੈਂਦਾ ਹੈ, ਪਰ ਪਰਮਾਤਮਾ ਕੋਲੋਂ ਨਹੀਂ ਕੋਈ ਖੋਜ ਸਕਦਾ। ਪਰਮੇਸ਼ਰ ਕੋਲੋਂ ਕੋਈ ਨਹੀਂ ਖੋਜ ਸਕਦਾ। ਔਰ ਇਹੀ ਵਿਚਾਰਧਾਰਾ ਜਿਹੜੀ ਬਾਬਾ ਫਰੀਦ ਜੀ ਜਿਹੜੀ ਗੱਲ ਕਰ ਰਹੇ ਨੇ, ਇਹ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਨੇ ਵੀ ਉਚਾਰਨ ਕੀਤਾ। ਸ਼ਲੋਕ ਮਹਿਲਾ ਪਹਿਲਾ, ਸ੍ਰੀ ਰਾਗ ਦੀ ਵਾਰ ਦੇ ਵਿੱਚ ਇਹ ਸ਼ਲੋਕ ਆਇਆ। ਦਾਤੀ ਸਾਹਿਬ ਸੰਧਿਆ ਕਿਆ ਚੱਲੇ ਤਿਸ ਨਾਲ, ਇੱਕ ਜਾਗਨ ਦੇ ਨਾਲ ਐਨ ਇੱਕ ਨਾ ਸੁੱਤਿਆਂ ਦੇ ਉਠਾਲ। ਜੋ ਬਾਬਾ ਫਰੀਦ ਜੀ ਵਿਚਾਰ ਦੱਸ ਰਹੇ ਨੇ, ਇਹ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਖਿਆ ਕਿ ਅੰਮ੍ਰਿਤ ਵੇਲੇ ਜਾਗਦੇ ਵੀ ਇਹ ਬਖਸ਼ਿਸ਼ਾਂ ਨਹੀਂ ਲੈ ਸਕਦੇ। ਕਈ ਭਾਗਾਂ ਵਾਲਿਆਂ ਨੂੰ ਸੁੱਤੇ ਪਿਆ ਇਹ ਆਪ ਜਗਾ ਦਿੰਦਾ ਹੈ, ਤੇ ਕਈ ਅੰਮ੍ਰਿਤ ਵੇਲੇ ਜਾਗਦੇ ਹੋਏ ਵੀ ਕਿਸੇ ਹੰਕਾਰ ਆਦਿਕ ਰੂਪ ਮਾਇਆ ਵਿੱਚ ਸੁੱਤੇ ਰਹਿ ਜਾਂਦੇ ਹਨ।
ਇੱਕ ਜਾਗਣ ਦੇ ਨਾਲ ਲੈਣ। ਕੋਈ ਇਹ ਅਹੰਕਾਰ ਨਾ ਕਰੇ ਵੀ ਅੰਮ੍ਰਿਤ ਵੇਲੇ ਮੈਂ ਉੱਠ ਜਾਂਦਾ ਹਾਂ, ਪਰ ਨਾਲ ਉਸ ਦੇ ਅੰਦਰ ਅੰਮ੍ਰਿਤ ਵੇਲੇ ਉੱਠਣ ਦਾ ਹੀ ਹੰਕਾਰ ਹੋ ਗਿਆ ਵੀ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਹੈ, ਮੈਂ ਤਾਂ ਸਭ ਤੋਂ ਚੰਗਾ ਹੋ ਗਿਆ ਵੀ ਹੁਣ ਤਾਂ ਮੈਂ ਅੰਮ੍ਰਿਤ ਵੇਲੇ ਉੱਠ ਜਾਂਦਾ। ਜਾਗਦੇ ਹੋਏ ਵੀ ਦਾਤ ਨਹੀਂ ਮਿਲਣੀ ਜੇ ਵਾਹਿਗੁਰੂ ਜੀ ਨੇ ਨਹੀਂ ਦੇਣੀ। ਜੇ ਹੰਕਾਰ ਆਦਿਕ ਆ ਗਿਆ ਨਾ, ਇਸ ਗੁਸਤਾਖੀ ਮਾਫ। ਅੱਜ ਦਾ ਬਹੁਤਾ ਜਿਹੜਾ ਸਾਡਾ ਸਿੱਖ ਹੈ, ਮੈਨੂੰ ਕਹਿਣ ਦੇਣਾ ਗੱਲ, ਹੋ ਸਕਦਾ ਕਈਆਂ ਨੂੰ ਚੁਭੇ, ਜਿਹੜੇ ਚੰਗੇ ਨੇ ਵਾਕਈ, ਜਿਹੜੇ ਬੰਦਗੀ ਨਾਲ ਜੁੜੇ ਹੋਏ ਨੇ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਕੇ ਮਾਲਕ ਦੀਆਂ ਖੁਸ਼ੀਆਂ ਲੈਂਦੇ ਹੈ ਤੇ ਬੜੇ ਨਿਮਰਤਾ 'ਚ ਰਹਿੰਦੇ ਨੇ, ਉਹਨਾਂ ਨੂੰ ਨਮਸਕਾਰ ਹੈ ਮੇਰੀ। ਪਰ ਬਹੁਤੇ ਗੁਰਦੁਆਰਿਆਂ ਵਿੱਚ, ਕਿਉਂਕਿ ਦਾਸ ਨੂੰ ਪੂਰੇ ਦੇਸ਼ ਦੇ ਵਿੱਚ, ਵਿਦੇਸ਼ਾਂ ਵਿੱਚ ਵੀ ਜਾ ਕੇ ਇਹ ਦੇਖਣ ਨੂੰ ਮਿਲਿਆ ਕਿ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਆਉਂਦੇ ਗੁਰਦੁਆਰੇ ਅਤ ਦੇ ਹੰਕਾਰੀ ਹੋ ਜਾਂਦੇ ਹੈ, ਅਤ ਦੇ ਹੰਕਾਰੀ। ਸਭ ਤੋਂ ਵੱਧ ਸਟਾਫ ਦੀ ਨਿੰਦਾ ਚੁਗਲੀ ਅੰਮ੍ਰਿਤ ਵੇਲੇ ਉੱਠਣ ਵਾਲੇ ਸਿੱਖ ਕਰਦੇ। ਫਲਾਣਾ ਸੇਵਾਦਾਰ ਨਹੀਂ ਆਇਆ, ਫਲਾਣਾ ਗ੍ਰੰਥੀ ਨਹੀਂ ਆਇਆ, ਫਲਾਣੇ ਨੇ ਇਹ ਨਹੀਂ ਕੀਤਾ, ਉਸਨੇ ਇਹ ਨਹੀਂ ਕੀਤਾ। ਸਭ ਤੋਂ ਵੱਧ ਇਹ ਕੌਮ ਦੀ ਸਾਡੀ ਬਹੁਤ ਵੱਡੀ ਤਰਾਸਦੀ ਹੈ ਵੀ ਅੰਮ੍ਰਿਤ ਵੇਲੇ ਉੱਠਣ ਵਾਲਾ ਸਿੱਖ, ਔਰ ਸਭ ਤੋਂ ਵੱਧ ਨਿੰਦਾ ਕਰਨ ਵਾਲਾ, ਚੁਗਲੀਆਂ ਕਰਨ ਵਾਲਾ, ਸਭ ਤੋਂ ਵੱਧ ਸ਼ਰਾਰਤੀ, ਸਭ ਤੋਂ ਵੱਧ ਅਹੰਕਾਰੀ। ਬੰਦੇ ਨੂੰ ਬੰਦਾ ਨਹੀਂ, ਫਤਿਹ ਨਹੀਂ ਲੈਂਦੇ। ਮੈਂ ਐਸੇ ਵੀ ਬੰਦੇ ਦੇਖੇ ਨੇ, ਕਿਉਂਕਿ ਮੈਂ ਤਾਂ ਬਹੁਤ ਗੁਰਦੁਆਰਿਆਂ ਵਿੱਚ ਜਾ ਕੇ ਸੇਵਾ ਕਰਨ ਦਾ ਮੌਕਾ ਮਿਲਿਆ, ਵੀ ਐਸੇ ਜਿਹੜੇ ਸਵੇਰੇ ਉੱਠ ਕੇ ਆਉਂਦੇ ਨੇ, ਉਹ ਤਾਂ ਫਤਿਹ ਵੀ ਕਈ ਵਾਰੀ ਪ੍ਰਵਾਨ ਨਹੀਂ ਕਰਦੇ। ਉਹ ਬੰਦੇ ਨੂੰ ਸਮਝਦੇ ਨਹੀਂ ਕੁਛ ਵੀ ਇਹ ਵੀ ਕੋਈ ਬੰਦੇ ਹੈ। ਔਰ ਮੈਂ ਇਹ ਪਰਸਨਲ ਆਪਣੇ ਤਜਰਬੇ 'ਚੋਂ ਕਹਿ ਰਿਹਾ। ਪਰ ਜਿਹੜੇ ਚੰਗੇ ਨੇ ਉਹਨਾਂ ਨੂੰ ਮੇਰੇ ਨਮਸਕਾਰ ਵੀ ਹੈ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਮਾਲਕ ਨੂੰ ਰਿਝਾ ਕੇ ਆਨੰਦ ਲੈਂਦੇ ਜੀਵਨ ਦਾ। ਮੈਂ ਐਸੇ ਵੀ ਦੇਖੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਵਾਕਈ ਉਹਨਾਂ ਦੀ ਰਸਨਾ ਤੋਂ ਰਸ ਟਪਕਦਾ ਹੈ। ਉਹਨਾਂ ਦੇ ਨਾਲ ਕਿਤੇ ਮਿਲਾਪ ਹੋ ਜਾਵੇ ਤੇ ਪੂਰਾ ਦਿਨ ਬੜਾ ਸੋਹਣਾ ਲੰਘ ਜਾਂਦਾ ਹੈ। ਐਸੇ ਵੀ ਦੇਖੇ ਨੇ ਵੀ ਕਿਤੇ ਉਹਨਾਂ ਦੇ ਦਰਸ਼ਨ ਵੀ ਕਰ ਲਈਏ ਨਾ, ਜਿਹੜੇ ਬਾਣੀ 'ਚ ਗੱਲਾਂ ਲਿਖੀਆਂ ਨੇ ਨਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਪਾਏ, ਉਹ ਵੀ ਗੁਰਸਿੱਖ ਨੇ ਜਿਨ੍ਹਾਂ ਦੇ ਕਿਤੇ ਮੇਲ ਮਿਲਾਪ ਹੋ ਜਾਵੇ ਤੇ ਪੂਰਾ ਦਿਨ ਸੋਹਣਾ ਲੰਘ ਜਾਂਦਾ ਹੈ, ਹੱਸੀ ਖੁਸ਼ੀ ਵਿੱਚ ਖੇੜੇ 'ਚ ਲੰਘ ਜਾਂਦਾ ਹੈ। ਪਰ ਬਹੁਤੇ ਐਸੇ ਨਹੀਂ ਹਨ। ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ, ਬਾਬਾ ਫਰੀਦ ਜੀ ਕਹਿ ਰਹੇ ਨੇ, ਇੱਕ ਜਾਗਣ ਦੇ ਨਾਲ ਹਨ। ਇੱਕ ਦਾ ਅਰਥ ਹੈ ਕਈ, ਇੱਕ ਦੇ ਕੱਕੇ ਨੂੰ ਲੱਗੀ ਇੱਥੇ ਸਿਆਰੀ। ਗੁਰਬਾਣੀ ਵਿੱਚ ਇੱਕ ਦੇ 3 ਰੂਪ ਆਏ ਨੇ। ਇੱਕ ਦੇ ਕੱਕੇ ਨੂੰ ਸਿਆਰੀ, ਇੱਕ ਦਾ ਕੱਕਾ ਮੁਕਤਾ, ਇੱਕ ਦਾ ਕੱਕਾ ਜਿਹੜਾ ਹੈ ਔਂਕੜ ਨਾਲ। ਤੁਸੀਂ ਇਹ ਦਰਸ਼ਨ ਜਪਜੀ ਸਾਹਿਬ 'ਚ ਕਰ ਸਕਦੇ ਹੋ। ਇੱਕ ਹੁਕਮੀ ਸਦਾ ਭਵਾਈਆਂ, ਉੱਥੇ ਇੱਕ ਦੇ ਕੱਕੇ ਨੂੰ ਸਿਆਰੀ, ਇੱਕ ਦਾ ਅਰਥ ਹੈ ਕਈ ਉਹਦੇ ਹੁਕਮ ਵਿੱਚ ਭੁੰਦੇ ਫਿਰਦੇ ਹਨ। ਫਿਰ ਗੁਰਾ ਇੱਕ ਦੇਹ ਬੁਝਾਈ, ਉਹਦੇ ਇੱਕ ਦੇ ਕੱਕੇ ਨੂੰ ਔਂਕੜ ਨਹੀਂ, ਕਿਉਂਕਿ ਬੁਝਾਈ ਇਸਤਰੀ ਲਿੰਗ, ਇਸ ਕਰਕੇ ਇੱਕ ਦੇ ਕੱਕੇ ਦੀ ਔਂਕੜ ਲੱਥ ਗਈ। ਪਰ ਅੱਗੇ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜੀ, ਉੱਥੇ ਇੱਕ ਦਾ ਕੱਕੇ ਨੂੰ ਔਂਕੜ ਲੱਗੀ ਹੋਈ ਹੈ, ਉੱਥੇ ਇੱਕ ਵਚਨ ਵਾਸਤੇ ਹੈ। 3 ਰੂਪ ਨੇ ਇੱਕ ਦੇ। ਇੱਥੇ ਰੂਪ ਆਇਆ ਹੈ ਇੱਕ ਜਾਗਣ ਦੇ, ਇੱਕ ਕੱਕੇ ਵਾਲਾ ਰੂਪ ਹੈ, ਕੱਕੇ ਨੂੰ ਸਿਆਰੀ ਵਾਲਾ। ਆਓ ਕਿ ਕੱਕੇ ਤੋਂ ਸਿਆਰੀ ਦਾ ਅਰਥ ਹੈ ਕਈ। ਕਈ ਜਿਹੜੇ ਨੇ ਉਸ ਅੰਮ੍ਰਿਤ ਵੇਲੇ ਜਾਗਦੇ ਵੀ ਨੇ ਪਰ ਬਖਸ਼ਿਸ਼ਾਂ ਨਹੀਂ ਲੈ ਸਕਦੇ। ਇੱਕ ਜਾਗਣ ਦੇ ਨਾਲ ਹਨ ਵੀ ਸਵੇਰੇ ਉੱਠੇ ਵੀ ਨੇ, ਅੰਮ੍ਰਿਤ ਵੇਲੇ ਜਾਗੇ ਹੋਏ ਵੀ ਕਿਸੇ ਹੰਕਾਰ ਆਦਿਕ ਮਾਇਆ ਵਿੱਚ ਸੁੱਤੇ ਰਹਿ ਜਾਂਦੇ ਹਨ। ਉਹਨਾਂ ਨੂੰ ਹੰਕਾਰ ਹੋ ਜਾਂਦਾ ਹੈ ਆਪਣੇ ਨਿਤਨੇਮ ਕਰਨ ਦਾ, ਗੁਰਦੁਆਰੇ ਆਉਣ ਦਾ, ਸੇਵਾ ਕਰਨ ਦਾ। ਮੈਂ ਬੰਬੇ ਵਾਸੀ ਕਥਾ ਕਰਨ ਗਿਆ। ਹੈਰਾਨੀ ਦੀ ਗੱਲ, ਉੱਥੇ ਇੱਕ ਕਥਾ ਕਰਨ ਤੋਂ ਬਾਅਦ ਜਿਗਿਆਸੂ ਸੰਗਤਾਂ ਮੇਰੇ ਕੋਲ ਆਈਆਂ ਤੇ ਗੱਲਾਂ ਕੀਤੀਆਂ। ਮੇਰੇ 1-2 ਦੀਵਾਨ ਹੋਰ ਰਹਿੰਦੇ ਸਨ, ਕਥਾ ਕਰਨੀ ਸੀ। ਤੇ ਇੱਕ ਸਿੱਖ ਨੇ ਬੜੀ ਪਿਆਰੀ ਗੱਲ ਸੁਣਾਈ। ਉਹ ਕਹਿਣ ਲੱਗੇ, ਸਾਡੇ ਗੁਆਂਢੀ ਨੇ, ਉਹ 4 ਵਜੇ ਉੱਠ ਕੇ ਗੁਰਦੁਆਰੇ ਆ ਜਾਂਦੇ ਨੇ, ਪਹਿਲਾਂ ਸੁਖਮਨੀ ਸਾਹਿਬ ਦਾ ਪਾਠ, ਫਿਰ ਨਿਤਨੇਮ ਕਰਕੇ ਤਾਂ ਘਰ ਜਾ ਕੇ ਪਹੁੰਚਦੇ ਨੇ। ਉੱਥੇ ਜਾ ਕੇ ਹੀ ਕਹਿੰਦੇ ਲੋਹੇ ਲਾਖੇ ਹੋ ਜਾਂਦੇ ਨੇ, ਘਰਵਾਲੀ ਨੂੰ ਲੜਦੇ ਨੇ, ਸੁੱਤੀ ਰਹਿੰਦੀਆਂ, ਹੋਰ ਕੋਈ ਕੰਮ ਨਹੀਂ, ਬੜੀਆਂ ਗਾਲਾਂ ਕੱਢਦੇ, ਕਹਿੰਦੇ ਬੱਚਿਆਂ ਨੂੰ ਗਾਲਾਂ ਕੱਢਦੇ ਨੇ। ਕਹਿੰਦੇ ਉਹਨਾਂ ਦੇ ਨਵਾਂ ਬੇਟੇ ਦਾ ਵਿਆਹ ਹੋਇਆ ਤੇ 6 ਮਹੀਨੇ ਲੰਘ ਗਏ ਤੇ ਉਹਨਾਂ ਦੀ ਨੂੰਹ ਰਾਣੀ ਬੜੀ ਸਿਆਣੀ ਸੀ। ਆਪਣੇ ਸਹੁਰੇ ਨੂੰ ਗੱਲ ਆਖੀ, ਬਾਪੂ
ਵੀ ਚੰਗੀ ਗੱਲ ਹੈ, ਤੂੰ ਰੋਜ਼ ਸਵੇਰੇ ਚਲਾ ਜਾਂਦਾ ਗੁਰਦੁਆਰੇ, ਪਾਠ ਕਰਦਾ, ਬੜੀ ਚੰਗੀ ਗੱਲ ਹੈ, ਨਿਤਨੇਮ ਕਰਨਾ ਬੜੀ ਚੰਗੀ ਗੱਲ ਹੈ, ਪਰ ਆ ਕੇ ਤੂੰ ਇਤਨੀਆਂ ਗੱਲਾਂ ਮੇਰੀ ਸੱਸ ਨੂੰ ਕੱਢ। ਠੀਕ ਹੈ, ਉਹਦੀ ਗਲਤੀ ਹੈ ਵੀ ਉਹ ਨਹੀਂ ਉੱਠਦੀ, ਉਹਨੂੰ ਉੱਠਣਾ ਚਾਹੀਦਾ, ਉਹ ਵੀ ਸਿੱਖ ਹੈ ਨਾ, ਉੱਠਣਾ ਤਾਂ ਉਹਨੂੰ ਵੀ ਚਾਹੀਦਾ ਹੈ, ਪਰ ਉਸਦੀ ਗਲਤੀ, ਉਹ ਨਹੀਂ ਉੱਠਦੀ, ਚਲ ਕੋਈ ਗੱਲ ਨਹੀਂ, ਤੂੰ ਤੇ ਉੱਠਿਆ ਹੈ ਨਾ, ਤੂੰ ਪਹਿਲਾਂ ਨਿਤਨੇਮ ਕੀਤਾ, ਫਿਰ ਉਸ ਮੁਖ ਦੇ ਵਿੱਚ ਹੀ ਤੇਰੇ ਗੱਲਾਂ ਹੁੰਦੀਆਂ ਨੇ। ਔਰ ਜੇ ਤੂੰ ਇਹੀ ਗੱਲ ਹੋ ਸਕਦਾ ਵੀ ਤੂੰ ਪਿਆਰ ਨਾਲ ਘਰ ਦੇ ਵਿੱਚ ਕਰੇ, ਤੂੰ ਚੁੱਪ ਰਵੇਂ, ਤੂੰ ਸ਼ਾਂਤੀ ਨਾਲ ਇਹ ਗੱਲ ਸਮਝਾਵੇਂ, ਹੋ ਸਕਦਾ ਵੀ ਸਾਰਾ ਪਰਿਵਾਰ ਉੱਠਣ ਲੱਗ ਪਵੇ। ਔਰ ਇੱਕ ਗੱਲ ਕਹੀ ਬੜੀ ਕਰੜੀ ਉਸ ਨੂੰਹ ਰਾਣੀ ਨੇ, ਕਹਿੰਦੇ ਬਾਪੂ ਸੱਚੀ ਗੱਲ ਹੈ ਕਿ ਨੌਜਵਾਨ ਬੱਚੇ ਗੁਰਦੁਆਰੇ ਇਸ ਕਰਕੇ ਨਹੀਂ ਆਉਂਦੇ ਕਿ ਦੇਖਦੇ ਨੇ ਸਾਡੇ ਵੱਡਿਆਂ ਦਾ ਸੁਭਾਅ ਗੁਰਦੁਆਰੇ ਜਾ ਕੇ ਵੀ ਨਹੀਂ ਚੇਂਜ ਹੋਇਆ। ਉਚਾਰਨ ਕਰੋ ਸਤਨਾਮ। ਗੁਰਦੁਆਰੇ ਜਾ ਕੇ ਵੀ ਨਹੀਂ ਬਦਲੇ। ਦੱਸੋ ਕੀ ਫਾਇਦਾ ਹੋਇਆ? ਤੁਸੀਂ ਰੋਜ਼ ਜਾਂਦੇ ਹੋ, ਗੱਲਾਂ ਤੁਹਾਡੀ ਛੁੱਟੀਆਂ ਨਹੀਂ ਹਨ, ਮਾੜੇ ਬੋਲ ਤੁਹਾਡੇ ਛੁੱਟੇ ਨਹੀਂ ਹਨ, ਨਿੰਦਾ ਚੁਗਲੀ ਤੁਹਾਡੀ ਖਤਮ ਨਹੀਂ ਹੋਈ ਹੈ, ਗੁਰਦੁਆਰੇ ਜਾ ਕੇ ਵੀ ਤੁਸੀਂ ਇਹੀ ਕੁਝ ਕਰਦੇ ਹੋ। ਕਹਿੰਦੇ ਉਸ ਬੱਚੀ ਦਾ ਆਖਿਆ ਉਸ ਨੂੰ ਅੰਦਰ ਅਲਿਆਣੇ ਤੀਰ ਵਜੇ ਕਿ ਵਾਕਈ ਵੀ ਮੈਂ ਇਤਨੀ ਬਾਣੀ ਪੜ੍ਹਨ ਤੋਂ ਬਾਅਦ, ਔਰ ਕਿਉਂਕਿ ਉਸ ਬਾਣੀ ਦਾ ਹੰਕਾਰ ਸੀ ਨਾ ਵੀ ਮੈਂ ਚੰਗਾ, ਮੈਂ ਦੇ ਕਿਤਨੀ ਭਗਤੀ ਕਰਦਾ, ਮੈਂ ਬੰਦਗੀ ਕਰਦਾ, ਤੇ ਤੁਸੀਂ ਤੇ ਬੰਦਗੀ ਕਰਦੇ ਕੋਈ ਨਹੀਂ। ਇਸ ਕਰਕੇ ਇਸ ਵਿਚਾਰ ਨੂੰ ਗੁਰਬਾਣੀ ਨੇ ਇਹ ਗੱਲ ਆਖੀ ਹੈ ਕਿ ਜੇ ਆਪਾਂ ਬੰਦਗੀ ਕਰੀਏ, ਸਿਮਰਨ ਕਰੀਏ, ਵਾਹਿਗੁਰੂ ਨੂੰ ਯਾਦ ਕਰੀਏ, ਕਿਸੇ ਉੱਤੇ ਅਹਿਸਾਨ ਨਹੀਂ ਕਰ ਰਹੇ ਸੀ, ਅਸੀਂ ਆਪਣਾ ਜੀਵਨ ਸਵਾਰ ਰਹੇ ਹਾਂ। ਔਰ ਇਹ ਵੀ ਮੈਂ ਬੇਨਤੀ ਕਰਦਾ ਹੁੰਦਾ ਪਿਆਰਿਓ, ਵੀ ਇਹ ਜਿਹੜੀ ਗੱਲ ਹੈ ਨਾ ਬੰਦਗੀ ਵਾਲੀ, ਜਿਹੜੀ ਸਿਮਰਨ ਵਾਲੀ ਹੈ, ਇਹ ਸਿਮਰਨ, ਇਹ ਬੰਦਗੀ, ਇਹ ਬਖਸ਼ਿਸ਼ਾਂ ਉਹਨਾਂ ਬੰਦਿਆਂ ਨੂੰ ਮਿਲਦੀਆਂ ਨੇ ਜਿਹੜੇ ਬੰਦੇ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਦੇ ਨੇ, ਨਿਰਅਹੰਕਾਰ ਹੋ ਕੇ, ਨਿਰਵਿਕਾਰ ਹੋ ਕੇ ਪਰਮਾਤਮਾ ਦੀ ਬੰਦਗੀ ਕਰਦੇ ਆ। ਇਸ ਗੱਲ ਨੂੰ ਥੋੜ੍ਹਾ ਫੜਨ ਦਾ ਯਤਨ ਕਰਨਾ। ਫਿਰ ਇਹ ਜਿਹੜਾ ਰਸਤਾ ਇੱਦਾਂ ਦਾ ਹੈ ਧਰਮ ਦਾ ਕਿ ਇੱਥੇ ਧਰਮ ਉਸ ਨੂੰ ਹੀ ਮਿਲੇਗਾ ਜਿਹੜਾ ਕਿ ਗੁਰੂ ਕੋਲੋਂ ਧਰਮ ਲਵੇਗਾ। ਧਨ ਦਾ ਹੋਰ ਸਿਸਟਮ ਹੈ, ਦਾਦੇ ਨੇ ਕਮਾਇਆ ਪੋਤਰੇ ਨੂੰ ਮਿਲ ਜਾਂਦਾ ਹੈ, ਪਿਤਾ ਨੇ ਕਮਾਇਆ ਪੁੱਤਰ ਨੂੰ ਮਿਲ ਜਾਂਦਾ ਹੈ, ਪਰ ਧਰਮ ਹਰ ਇੱਕ ਬੰਦੇ ਨੂੰ ਆਪੋ ਆਪਣੇ ਹੀ ਕਮਾਉਣਾ ਪੈਂਦਾ। ਇਹ ਕਿਸੇ ਨੂੰ ਨਹੀਂ ਰਿਆਜ਼ 'ਚ ਮਿਲਦਾ। ਜੇ ਮਿਲਦਾ ਹੁੰਦਾ ਤਾਂ ਸ੍ਰੀ ਚੰਦ ਕੋਲ ਉਹ ਧਰਮ ਹੁੰਦਾ, ਲక్ష్ਮੀ ਦਾਸ ਜੀ ਕੋਲ ਹੁੰਦਾ, ਪ੍ਰਿਥੀ ਚੰਦ ਦੇ ਕੋਲ ਹੁੰਦਾ, ਮਹਾਦੇਵ ਕੋਲ ਹੁੰਦਾ, ਧੀਰਮਲ ਦੇ ਕੋਲ ਹੁੰਦਾ, ਪਰ ਨਹੀਂ ਸੀ ਉਹ ਧਰਮ ਜਿਹੜਾ ਧਰਮ ਗੁਰੂ ਅਰਜਨ ਦੇਵ ਜੀ ਪਿਤਾ ਕੋਲ ਹੈ, ਜਿਹੜਾ ਧਰਮ ਬਾਕੀ ਦੇ ਕੋਲ ਹੈ। ਇਸ ਦਾ ਅਰਥ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਇਹ ਧਰਮ ਆਪ ਕਮਾਉਣਾ ਪੈਂਦਾ ਹੈ। ਗੁਰੂ ਦੇ ਚਰਨਾਂ ਵਿੱਚ ਬੈਠ ਕੇ ਧਰਮ ਦੀ ਕਮਾਈ ਕਰਨੀ ਪੈਂਦੀ ਹੈ। ਦੂਜੇ ਦਾ ਕਮਾਇਆ ਧਨ ਮਿਲ ਸਕਦਾ ਹੈ, ਸੜਕ ਤੇ ਪਿਆ ਹੋਇਆ ਵੀ ਧਨ ਮਿਲ ਸਕਦਾ ਹੈ, ਦਾਦੇ ਦਾ ਕਮਾਇਆ ਮਿਲ ਸਕਦਾ ਹੈ, ਨਾਨੇ ਦਾ ਕਮਾਇਆ ਮਿਲ ਜਾਂਦਾ, ਕਈਆਂ ਨੂੰ ਨਾਨਾ ਨਾਨੀ ਕਮਾਉਂਦੇ ਨੇ, ਉਹਨਾਂ ਦਾ ਕਮਾਇਆ ਮਿਲ ਜਾਂਦਾ, ਦਾਦਾ ਦਾਦੀ ਕਮਾਉਂਦੇ ਨੇ, ਉਹਨਾਂ ਕਮਾਇਆ ਮਿਲ ਜਾਂਦਾ, ਮਾਤਾ ਪਿਤਾ ਦਾ ਕਮਾਇਆ ਮਿਲ ਜਾਂਦਾ, ਪਰ ਧਰਮ ਹਰ ਇੱਕ ਬੰਦੇ ਨੂੰ ਆਪੋ ਆਪਣਾ ਕਮਾਉਣਾ ਪੈਂਦਾ ਹੈ। ਉੱਥੇ ਵੀ ਜਦੋਂ ਮੈਨੂੰ ਇਹ ਗੱਲ ਦੱਸੀ ਤੇ ਮੈਂ ਗੱਲ ਇਹ ਸਟੇਜ 'ਤੇ ਕੀਤੀ ਉੱਥੇ ਵਾਸੀ ਗੁਰਦੁਆਰੇ, ਅਤੇ ਸੰਗਤ ਬੜੀ ਪ੍ਰਸੰਨ ਹੋਈ ਕਿ ਅੱਜ ਸਾਨੂੰ ਤਸੱਲੀ ਹੋਈ ਵੀ ਤੁਸੀਂ ਜਿਹੜੀ ਗੱਲ ਕਰ ਚੱਲੇ ਹੋ ਸਾਡੇ ਅੰਦਰ ਨੂੰ ਘਰ ਕਰ ਗਈ ਵੀ ਬੰਦਗੀ ਕਰਦੇ ਹਾਂ, ਪਰ ਅੰਮ੍ਰਿਤ ਵੇਲੇ ਉੱਠ ਕੇ ਵੀ ਆਪਣੇ ਅੰਮ੍ਰਿਤ ਵੇਲੇ ਉੱਠਣ ਦਾ ਮਾਣ ਨਾ ਕਰੀਏ। ਮੈਂ ਕਿ ਇਹੀ ਤਾਂ ਬਾਣੀ ਕਹਿੰਦੀ ਹੈ ਵੀ ਜੇ ਉੱਠਦੇ ਵੀ ਹੋ ਤਾਂ ਆਪਣੇ ਵਾਸਤੇ ਉਠਾਏ ਨਾ ਅਸੀਂ ਸਾਰੇ, ਅਤੇ ਜੇ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਆਪਣੇ ਜੀਵਨ ਦੇ ਉੱਤੇ ਪਾਪ ਚੜ੍ਹਾ ਲਈਏ, ਦੂਜੇ ਦੀ ਨਿੰਦਾ ਕਰਕੇ, ਦੂਜੇ ਨੂੰ ਮਾੜਾ ਬੋਲ ਕੇ, ਦੂਜੇ ਦੀ ਬੁਰਿਆਈ ਕਰਕੇ, ਦੂਜੇ ਨੂੰ ਨੀਵਾਂ ਦਿਖਾ ਕੇ, ਦੂਜੇ ਦੀ ਨਿੰਦਾ ਚੁਗਲੀ ਕਰਕੇ, ਹਾਂ ਪਿਆਰ ਨਾਲ ਕਿਸੇ ਨੂੰ ਬੇਨਤੀ ਕੀਤੀ ਜਾ ਸਕਦੀ। ਹੋ ਸਕਦਾ ਹੈ ਵੀ ਜੇ ਸਾਡੇ ਕੋਲ ਧਰਮ ਹੋਏਗਾ ਨਾ ਸੱਚੀ ਮੁੱਚੀ, ਸਾਡੀ ਬੇਨਤੀ ਕੋਈ ਪ੍ਰਵਾਨ ਕਰ ਲਏਗਾ, ਪਰ ਅਹੰਕਾਰ ਵਿੱਚ ਰਿਹਾ ਨਹੀਂ ਗੱਲ ਬਣਨੀ। ਇਸ ਕਰਕੇ ਗੁਰੂ ਸਾਹਿਬ ਸਮਝਾਉਣ ਲੱਗੇ ਕਿ ਕਈ ਜਿਹੜੇ ਨੇ ਉਹ ਅੰਮ੍ਰਿਤ ਵੇਲੇ ਜਾਗ ਕੇ ਵੀ ਇਹ ਬਖਸ਼ਿਸ਼ਾਂ ਨਹੀਂ ਪ੍ਰਾਪਤ ਕਰ ਸਕਦੇ, ਅਤੇ ਇੱਕ ਨਾ ਸੁੱਤਿਆਂ ਦੇ ਉਠਾਲ, ਤੇ ਕਈ ਅੰਮ੍ਰਿਤ ਵੇਲੇ ਜਾਗ ਕੇ ਆਓ ਕਿ ਜਿਹੜੇ ਸੁੱਤੇ ਹੁੰਦੇ ਨੇ, ਪਰ ਭਾਗਾਂ ਨਾਲ ਰੱਬ ਉਹਨਾਂ ਨੂੰ ਜਗਾ ਦਿੰਦਾ ਹੈ, ਸੁੱਤਿਆਂ ਨੂੰ ਉਠਾਲ ਕੇ ਉਹਨਾਂ ਨੂੰ ਇਹ ਦਾਤ ਦੇ ਦਿੰਦਾ ਹੈ। ਆਓ ਜਿਹੜੇ ਕਈ ਗਾਫਲ ਨੇ, ਪਰ ਉਹਨਾਂ ਵਿੱਚ ਨਿੰਦਾ ਨਹੀਂ ਹੈ, ਚੁਗਲੀ ਨਹੀਂ ਹੈ, ਬੁਰਿਆਈ ਨਹੀਂ ਹੈ, ਭਾਵੇਂ ਉਹ ਗਾਫਲ ਨੇ,
ਉਹਨਾਂ ਨੂੰ ਸੁੱਤਿਆਂ ਨੂੰ, ਗਾਫਲਾਂ ਨੂੰ, ਕਿਉਂਕਿ ਉਹਨਾਂ ਦੇ ਅੰਦਰ ਬੁਰਾਈ ਨਹੀਂ ਹੈ, ਭਾਵੇਂ ਉਹ ਸੁੱਤੇ ਰਹਿੰਦੇ ਨੇ, ਪਰ ਉਹਨਾਂ ਨੂੰ ਉਠਾ ਕੇ ਮਾਲਕ ਕਈ ਵਾਰੀ ਆਪਣੇ ਨਾਮ ਦੀ ਦਾਤ ਦੀ ਬਖਸ਼ਿਸ਼ਾਂ ਕਰ ਦਿੰਦਾ ਹੈ, ਉਹਨਾਂ ਦੀ ਝੋਲੀ ਵਿੱਚ ਨਾਮ ਪਾ ਦਿੰਦਾ ਹੈ। ਔਰ ਇਹ ਕਸਵੱਟੀ ਨਹੀਂ ਹੈ, ਮੈਂ ਇਹ ਗੱਲ ਦੇਖੀ ਹੈ ਪਰਮਾਤਮਾ ਦੇ ਘਰੋਂ, ਕਿ ਜੇ ਮੈਂ ਦੇਖਣ ਨੂੰ ਧਰਮੀ ਹੋਵਾਂਗਾ ਤਾਂ ਮੇਰੇ ਕੋਲ ਧਰਮ ਹੋਏਗਾ, ਐਸਾ ਨਹੀਂ ਹੈ। ਮੈਂ ਤਾਂ ਐਸੇ ਵੀ ਲੋਕ ਦੇਖੇ ਨੇ। ਇੱਕ ਵਾਰੀ ਮੈਂ ਮੈਡੀਕਲ 'ਤੇ ਖੜਾ ਸੀ ਅਤੇ ਮੇਰੇ ਨਾਲ ਇੱਕ ਗਿਆਨੀ ਜੀ ਹੋਰ ਸਨ, ਅਤੇ ਉੱਥੇ ਜੋ ਕਈ ਗੁਰਸਿੱਖ ਅੰਮ੍ਰਿਤਧਾਰੀ ਖੜੇ ਸਨ, ਜਿਹੜੇ ਚੰਗੇ ਤਰੀਕੇ ਜਾਣਦੇ ਸਨ ਵੀ ਇਹ ਗੁਰੂ ਘਰ ਦੇ ਵਿੱਚ ਸੇਵਕ ਨੇ। ਕਿਸੇ ਨੇ ਸਾਨੂੰ ਨਹੀਂ ਪੁੱਛਿਆ ਵੀ ਤੁਸੀਂ ਦਵਾਈ ਲੈ ਰਹੇ ਹੋ, ਕੋਈ ਨਹੀਂ, ਪੈਸੇ ਅਸੀਂ ਦੇ ਦਿੰਦੇ, ਫਿਰ ਕੀ ਹੋਇਆ। ਇੱਕ ਬੰਦਾ ਸ਼ਰਾਬ ਪੀ ਕੇ ਰੱਜ ਕੇ ਆਇਆ ਅਤੇ ਉਹ ਆ ਕੇ ਸਾਡੇ ਪੈਰਾਂ 'ਚ ਪੈ ਗਿਆ ਵੀ ਮੇਰੇ ਕੋਲੋਂ ਗੁਸਤਾਖੀ ਹੋ ਗਈ, ਮੈਂ ਸ਼ਰਾਬ ਪੀਤੀ, ਨਹੀਂ ਪੀਣੀ ਚਾਹੀਦੀ ਸੀ। ਮੈਂ ਕਿਹਾ ਵੀ ਜੇ ਪਿਆਰਿਆ ਇੱਦਾਂ ਹੀ ਪਛਤਾਵਾ ਹੀ ਹੈ ਅਤੇ ਚੰਗਾ ਹੋਵੇ ਤੂੰ ਛੱਡ ਦੇਵੇਂ, ਵੀ ਜੇ ਗੱਲ ਦੇ ਵਿੱਚ ਲੱਗਿਆ ਤੈਨੂੰ ਵੀ ਹਾਂ ਮੈਂ ਗਲਤ ਕੀਤਾ। ਦੇਖੋ ਲੋਕ ਉਹ ਵੀ ਨੇ ਜਿਨ੍ਹਾਂ ਨੇ ਗਲਤ ਕੰਮ ਕੀਤਾ ਤਾਂ ਉਹਨਾਂ ਨੂੰ ਐਡਾ ਪਛਤਾਵਾ, ਕਿਉਂਕਿ ਚੰਗੇ ਕਰਮਾਂ ਦਾ ਹਮੇਸ਼ਾ ਬੰਦੇ ਦੇ ਅੰਦਰ ਹੰਕਾਰ ਹੁੰਦਾ ਹੈ, ਪਰ ਮਾੜੇ ਕਰਮ ਦੇ ਅੰਦਰ ਕਈ ਵਾਰੀ ਬੰਦੇ ਨੂੰ ਪਛਤਾਵਾ ਜਨਮ ਲੈਂਦਾ, ਉਹ ਕਿਤੇ ਦਾ ਕਿਤੇ ਪਹੁੰਚਾ ਦਿੰਦਾ। ਪਹਿਲਾਂ ਤਾਂ ਕਿਹਾ ਵੀ ਮੇਰੀ ਗੁਸਤਾਖੀ, ਵੀ ਮੈਂ ਤੁਹਾਡੇ ਸਾਹਮਣੇ ਨਹੀਂ ਸੀ ਆਉਣਾ ਚਾਹੀਦਾ, ਪਰ ਆ ਗਿਆ। ਅਸੀਂ ਦਵਾਈ ਲਈ, ਪੈਸੇ ਦੇਣ ਲੱਗੇ, ਕਹਿਣ ਲੱਗਾ ਨਹੀਂ ਪੈਸੇ ਤੁਸੀਂ ਨਹੀਂ, ਪੈਸੇ ਮੈਂ ਦੇਵਾਂਗਾ। ਕਹਿੰਦੇ ਗੁਰੂ ਕੇ ਵਜ਼ੀਰ ਹੋਣ, ਭਾਵੇਂ ਮੈਂ ਸ਼ਰਾਬ ਪੀਤੀ ਕੋਈ ਗੱਲ ਨਹੀਂ, ਪਰ ਗੁਰੂ ਕੇ ਵਜ਼ੀਰ ਹੋਣ, ਗੁਰੂ ਕੇ ਸੇਵਕ ਹੋਣ, ਅਤੇ ਇਹ ਫਰਜ਼ ਸਿੱਖਾਂ ਦਾ ਬਣ ਜਾਂਦਾ ਹੈ ਕਿ ਉਹਨਾਂ ਦੀ ਅਸੀਂ ਸੇਵਾ ਕਰੀਏ। ਉਹ ਵੀ ਲੋਕ ਹੈਗੇ ਨੇ। ਇੱਕ ਮੈਂ ਗਾਥਾ ਪੜ੍ਹ ਰਿਹਾ ਸੀ ਕਿ ਇੱਕ ਫਕੀਰ ਬੰਦਾ ਨਾ, ਉਹ ਮੰਦਰ ਦੇ ਬੂਹੇ 'ਤੇ ਜਾ ਕੇ ਬਹਿ ਗਿਆ, ਜੋ ਵੀ ਆਵੇ ਧੱਕੇ ਮਾਰੇ। ਸਵੇਰੇ ਤੇ ਸ਼ਾਮ ਹੋ ਗਈ, ਰੋਟੀ ਜੋਗੇ ਪੈਸੇ ਨਾ ਹੋਏ, ਉੱਥੋਂ ਉੱਠ ਕੇ ਚੱਲ ਪਿਆ। ਸ਼ਾਮ ਦਾ ਵਕਤ ਹੋ ਗਿਆ, ਭੁੱਖਾ ਸੀ, ਲੰਘ ਕੇ ਜਾ ਰਿਹਾ ਸੀ, ਨਾਲ ਠੇਕਾ ਸੀ ਸ਼ਰਾਬ ਦਾ, ਅਤੇ ਉੱਥੇ ਜੋ ਇੱਕ ਬੰਦੇ ਨੇ ਦੇਖਿਆ ਵੀ ਕੋਈ ਫਕੀਰ ਜਾ ਰਿਹਾ, ਪੁੱਛਿਆ ਹਾਂ ਬਾਬਾ ਕੀ ਹਾਲ ਹੈ, ਕਹਿੰਦਾ ਭੁੱਖ ਲੱਗੀ ਹੈ, ਢਿੱਡ ਨੂੰ ਹੱਥ ਮਾਰਿਆ। ਉਸਨੇ ਪੈਸੇ ਕੱਢੇ ਅਤੇ ਉਸਨੂੰ ਦੇ ਦਿੱਤੇ। ਉਹ ਫਕੀਰ ਮੌਲਾ ਸੀ, ਬੰਦਾ ਮਸਤ ਸੀ। ਉਹ ਫਕੀਰ ਉੱਪਰ ਹੱਥ ਕਰਕੇ ਕਹਿੰਦਾ ਰੱਬਾ ਤੇਰੀ ਦੁਨੀਆ ਵੀ ਮੈਂ ਦੇਖਦਾ, ਹੈਰਾਨੀ ਦੀ ਗੱਲ ਹੈ। ਉਹ ਪਤਾ ਕੀ ਕਹਿੰਦਾ, ਰੱਬਾ ਮੈਂ ਤਾਂ ਹੈਰਾਨ ਹਾਂ, ਐਡਰੈਸ ਕਿਸੇ ਹੋਰ ਥਾਂ ਦਾ ਦੱਸਦਾ ਅਤੇ ਰਹਿੰਦਾ ਕਿਸੇ ਹੋਰ ਥਾਂ 'ਤੇ ਹੈ। ਐਡਰੈਸ ਦੱਸਿਆ ਸੀ ਵੀ ਮੰਦਰ 'ਚ ਰਹਿੰਦਾ, ਅਤੇ ਮਿਲਿਆ ਸ਼ਰਾਬ ਦੇ ਠੇਕੇ 'ਤੇ। ਉਚਾਰਨ ਕਰੋ ਸਤਨਾਮ। ਮੈਂ ਸਵੇਰੇ ਤੋਂ ਭੁੱਖਾ ਸੀ, ਕਿਸੇ ਨੇ ਮੰਦਰ ਦੇ ਅੱਗੇ ਨਹੀਂ ਪੁੱਛਿਆ ਵੀ 2 ਰੋਟੀ ਚੱਲ ਫਕੀਰ ਨੂੰ ਦੇ ਦਈਏ। ਪਰ ਹੈਰਾਨੀ ਦੀ ਗੱਲ, ਸ਼ਰਾਬ ਦੇ ਠੇਕੇ 'ਤੇ ਬੰਦੇ ਨੇ ਕਿਹਾ ਲੈ ਪੈਸੇ, ਅਤੇ ਜਾ ਕੇ ਸਾਹਮਣੇ ਢਾਬਾ ਰੋਟੀ ਛਕ ਲੈ। ਰੱਬਾ ਤੂੰ ਰਹਿੰਦਾ, ਐਡਰੈਸ ਦੱਸਦਾ ਮੰਦਰ ਦਾ ਵੀ, ਉੱਥੇ ਮਿਲਾਂਗਾ ਮੈਂ, ਰਹਿੰਦਾ ਸ਼ਰਾਬ ਦੇ ਠੇਕੇ 'ਤੇ। ਗੱਲ ਨੂੰ ਥੋੜ੍ਹਾ ਸਮਝਣ ਦਾ ਯਤਨ ਕਰਿਓ, ਦੂਜੇ ਪਾਸੇ ਨਾ ਲਿਓ। ਆਹੋ ਕਹਿਣ ਦਾ ਮਕਸਦ ਹੈ, ਕਈ ਲੋਕ ਜਿਹੜੇ ਗਾਫਲ ਨੇ, ਇੱਕ ਨਾ ਸੁੱਤਿਆਂ ਦੇ ਉਠਾਲ, ਜਿਹੜੇ ਗਾਫਲ ਲੋਕ ਨੇ, ਕਈ ਵਾਰੀ ਰੱਬ ਉਹਨਾਂ ਦੇ ਉੱਤੇ ਕਿਰਪਾ ਕਰ ਦਿੰਦਾ, ਉਹਨਾਂ ਨੂੰ ਸੁੱਤਿਆਂ ਨੂੰ ਉਠਾਲ ਕੇ ਆਪ ਸੂਝ ਦੇ ਦਿੰਦਾ ਹੈ, ਆਪ ਆਤਮਿਕ ਜੀਵਨ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਇਸ ਕਰਕੇ ਇੱਕ ਹੋਰ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਦਾ, ਸਿਦਕ ਸਮੂਰੀ ਸਦਾਇਕਾ, ਸਬਰ ਤੋਸਾ ਮਲਾਇਕਾ, ਦਿਦਾਰ ਪੂਰੇ ਪਾਇਸਾ, ਥਾਉ ਨਾ ਹੀ ਖਾਏਗਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਇਹ ਉਸ ਦੀ ਪਰਮਾਤਮਾ ਦੀ ਦਾਤ ਹੈ, ਇਹ ਸਬੂਰੀ ਪਰਮਾਤਮਾ ਦੀ ਦਾਤ ਹੈ, ਬਖਸ਼ਿਸ਼ਾਂ ਵਾਹਿਗੁਰੂ ਜੀ ਦੀ ਦਾਤ ਹੈ। ਅਤੇ ਜਿਨ੍ਹਾਂ ਦੇ ਉੱਤੇ ਉਹ ਕਿਰਪਾ ਕਰਦਾ, ਉਹਨਾਂ ਨੂੰ ਇਹ ਦਾਤਾਂ ਜਿਹੜੀਆਂ ਆਪਣੀ ਝੋਲੀ ਵਿੱਚੋਂ ਕੱਢ ਕੇ ਉਹਨਾਂ ਦੀ ਝੋਲੀ ਵਿੱਚ ਪਾ ਦਿੰਦਾ। ਇਸ ਕਰਕੇ ਜੀਵਨ ਵਿੱਚ ਕਦੇ ਆਪਣੇ ਸ਼ੁਭ ਕਰਮਾਂ ਦਾ ਇਹ ਕਹਿਣਾ ਚਾਹੁੰਦੇ ਨੇ ਬਾਬਾ ਫਰੀਦ ਜੀ, ਅਹੰਕਾਰ ਨਾ ਕਰੋ ਵੀ ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ, ਮੈਂ ਇਹ ਕਰਦਾ, ਮੈਂ ਉਹ ਕਰਦਾ, ਮੈਂ ਇਸ ਤਰ੍ਹਾਂ ਕਰਦਾ, ਮੈਂ ਉਸ ਤਰ੍ਹਾਂ ਕਰਦਾ। ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਇਹ ਸਮਝਾਉਣਾ ਚਾਹੁੰਦੇ ਨੇ ਸ਼ੁਭ ਕਰਮ ਕਰੋ, ਅੰਮ੍ਰਿਤ ਵੇਲਾ ਸਾਂਭਣਾ ਜ਼ਰੂਰੀ ਹੈ, ਇਹ ਵੀ ਸਮਝਾ ਰਹੇ ਨੇ ਬਾਬਾ ਫਰੀਦ ਜੀ। ਪਰ ਇਕੱਲਾ ਅੰਮ੍ਰਿਤ ਵੇਲਾ ਸਮਾਨ ਲਿਆ ਔਰ ਨਾਲ ਅਹੰਕਾਰ ਕਰ ਲਿਆ ਤਾਂ ਉਸ ਦੀ ਦਾਤ ਤੋਂ, ਉਸ ਦੀ ਬਖਸ਼ਿਸ਼ ਤੋਂ ਖਾਲੀ ਰਹਿ ਜਾਓਗੇ ਜੇ ਅਹੰਕਾਰ ਹੈ ਜੀਵਨ ਵਿੱਚ। ਕਿਉਂਕਿ ਹਰ ਜੀਉ ਅਹੰਕਾਰ ਨਾ ਪਾਵੇ। ਜਦੋਂ ਉਹ ਦਾਤ ਦਿੰਦਾ ਨਾ, ਉਹ ਦੇਖ ਕੇ ਦਿੰਦਾ ਵੀ ਬੰਦੇ ਨੂੰ ਦਾਤ ਦੇਣੀ ਹੈ, ਵੀ ਭਾਂਡਾ ਹੈਗਾ ਦਾਤ ਦੇਣ ਜੋਗਾ। ਜੇ ਅਹੰਕਾਰ ਨਾਲ ਹੀ ਭਾਂਡਾ ਭਰਿਆ ਹੋਇਆ, ਗੁਰੂ ਨੂੰ ਪਤਾ ਵੀ ਇਹਦੇ ਹਿਰਦੇ 'ਚ ਨਾਮ ਨਹੀਂ ਟਿਕਣਾ, ਹਉਮੈ ਨਾਮੈ ਨਾਲ ਵਿਰੋਧ ਹੈ। ਪਰ ਜਿਹੜਾ ਬੰਦਾ ਗਾਫਲ ਹੈ, ਜਿਹੜਾ ਬੰਦਾ ਹੋਰ ਚੀਜ਼ਾਂ 'ਚ ਪਿਆ ਹੋਇਆ ਹੈ,
ਤੇ ਜਦੋਂ ਮੇਰਾ ਦਾਤਾ ਬਖਸ਼ਿਸ਼ ਕਰਦਾ ਨਾ, ਉਹਨਾਂ ਗਾਫਲਾਂ ਨੂੰ ਵੀ ਸੁੱਤਿਆਂ ਨੂੰ ਉਠਾਲ ਕੇ ਉਹਨਾਂ ਦੀ ਝੋਲੀ ਵਿੱਚ ਆਤਮਿਕ ਜੀਵਨ ਦੀ ਸੋਝੀ ਪਾ ਦਿੰਦਾ। ਔਰ ਮੈਂ ਆਪਣੀ ਜ਼ਿੰਦਗੀ 'ਚ ਕਈ ਬੰਦੇ ਐਸੇ ਦੇਖ ਚੁੱਕੇ ਹਾਂ ਜਿਨ੍ਹਾਂ ਨੇ ਕਦੀ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ, ਜਿਨ੍ਹਾਂ ਨੇ ਕਦੀ ਸ਼ੁਭ ਕਰਮ ਨਹੀਂ ਕੀਤਾ, ਧਾਰਮਿਕ ਸਥਾਨ 'ਤੇ ਨਹੀਂ ਆ ਕੇ ਦੇਖਿਆ, ਪਰ ਐਸੀ ਬਖਸ਼ਿਸ਼ ਇੱਕ ਦਿਨ ਦੇ ਵਿੱਚ ਹੀ ਹੋ ਗਈ ਕਿ ਉਹਨਾਂ ਨੇ ਜੀਵਨ ਦੇ ਵਿੱਚੋਂ ਸਾਰੀਆਂ ਬੁਰਾਈਆਂ ਵੀ ਛੱਡ ਦਿੱਤੀਆਂ, ਔਗੁਣ ਵੀ ਛੱਡ ਦਿੱਤੇ, ਤੇ ਉਹ ਅੱਜ ਐਡੇ ਉਹ ਪੱਕੇ ਨੇ ਧਰਮ ਦੇ ਅੰਦਰ ਕਿ ਦੇਖ ਕੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਕਿ ਵਾਹ ਕਮਾਲ ਹੈ, ਇਹ ਬੰਦਾ ਕਿਸ ਰਸਤੇ 'ਤੇ ਤੁਰਿਆ ਸੀ, ਅੱਜ ਗੁਰੂ ਨਾਨਕ ਦੀ ਐਡੀ ਬਖਸ਼ਿਸ਼ ਦਾ ਪਾਤਰ ਬਣ ਗਿਆ। ਜਦੋਂ ਉਹ ਕਿਰਪਾ ਦੇ ਘਰ 'ਚ ਆਉਂਦਾ ਨਾ, ਫਿਰ ਉਹ ਨਹੀਂ ਦੇਖਦਾ ਰੂਪ ਅਨਰੂਪ, ਮੋਰੋ ਕਛ ਨਾ ਵਿਚਾਰਿਓ, ਪ੍ਰੇਮ ਗਇਓ ਮੋਹਿ ਹਰ ਰੰਗ ਪੀਨ। ਔਰ ਸਾਡਾ ਕੁਚਜਪਨਾ ਸੁਚਜਪਨਾ ਕੁਛ ਨਹੀਂ ਦੇਖਦਾ। ਜਦੋਂ ਉਹ ਕਿਰਪਾ 'ਤੇ ਆਉਂਦਾ ਨਾ, ਉਹ ਫਿਰ ਕਿਰਪਾ ਕਰ ਦਿੰਦਾ ਹੈ। ਤਾਂ ਹੀ ਮਰ ਕੇ ਹਰ ਜਿਉ ਨਿਮਾਣਿਆ ਤੂੰ ਮਾਣ, ਨਿਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਮੈਂ ਕੁਰਬਾਨ ਹਾਂ ਤੇਰੀ ਕੁਦਰਤ ਤੋਂ। ਕੁਦਰਤ ਦਾ ਕੋਈ ਨਹੀਂ ਪਤਾ ਪਿਆਰਿਓ ਵੀ ਕਿਸ ਵੇਲੇ ਉਹ ਮਾਲਕ ਕਿਰਪਾ ਦੇ ਘਰ ਵਿੱਚ ਆਵੇ। ਜਿਹਨੂੰ ਅਸੀਂ ਕਹਿੰਦੇ ਨੇ ਵੀ ਇਹ ਨਸ਼ੈੜੀ ਹੈ, ਇਹ ਮਾੜਾ ਹੈ, ਇੱਦਾਂ ਦਾ ਹੈ, ਇਹ ਬਾਣੀ ਨਹੀਂ ਪੜ੍ਹਦਾ, ਅਤੇ ਉਸ ਨੂੰ ਦਿਨ ਰਾਤ ਬਾਣੀ ਪੜ੍ਹਨ 'ਤੇ ਲਾ ਦੇਵੇ। ਪਤਾ ਨਹੀਂ ਜਿਹੜੇ ਬਾਣੀ ਪੜ੍ਹਦੇ ਅੰਮ੍ਰਿਤ ਵੇਲਾ ਸੰਭਾਲੇ, ਪਤਾ ਨਹੀਂ ਕਿਸ ਵੇਲੇ ਭਟਕਾ ਕੇ ਦੂਜੇ ਪਾਸੇ ਤੋਰ ਦੇਵੇ, ਇਹ ਨਹੀਂ ਪਤਾ ਹੁੰਦਾ। ਇਹ ਗੁਰੂ ਸਾਹਿਬ ਜੀ ਇਹਨਾਂ ਸਲੋਕਾਂ ਵਿੱਚ ਸਾਨੂੰ ਸਮਝਾਉਣਾ ਚਾਹੁੰਦੇ ਨੇ। ਇਸ ਕਰਕੇ ਉਸਦੇ ਪਹਿ ਭਾਵਨੇ ਵਿੱਚ ਰਹੀਏ, ਮਾਲਕ ਦੇ ਡਰ ਵਿੱਚ ਰਹੀਏ, ਔਰ ਗੁਰੂ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਕਮਾਈਏ। ਫਿਰ ਹੋ ਜਾਣਗੇ ਇਹ ਲੋਕ ਸੁਖੀਏ, ਪਰ ਲੋਕ ਸਵੇਲੇ ਨਾਨਕ ਹਰ ਭਉ ਆਪੇ ਮਿਲੇ। ਸਾਰਿਆਂ ਦਾ ਧੰਨਵਾਦ ਜੀ, ਆਇਆਂ ਨੂੰ ਇਤਨੇ ਬਚਨ ਪ੍ਰਵਾਨ। ਫਤਿਹ ਦੀ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਧਨ ਅਨਕਵਾਰ, ਸਰਬ ਕਲਾ ਸਮਰੱਥ, ਡੋਲਨ ਤੇਰਾ ਸੋ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਤੀਜਾ। ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਾਵਾਰ। ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ। ਵਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਤ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤਿ ਪਾਏ, ਕਾਚਾ ਧਨ ਫੁਨ ਆਵੇ ਜਾਏ ਰਾਹੋ। ਮਨਮੁਖ ਭੁੱਲੇ ਸਭ ਮਰਹਿ ਗਵਾਰ, ਭਾਉ ਜਲ ਡੁੱਬੇ ਨਾ ਉਰਵਾਰ ਨਾ ਪਾਰ। ਸਤਿਗੁਰ ਭੇਟੇ ਪੂਰੇ ਭਾਗ, ਸਾਚ ਰਤੇ ਅਹਨਿਸ ਬੈਰਾਗ। ਚਹੋ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ। ਸਿੱਧ ਸਾਧਕ ਤਰਸੈ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਸਭ ਕਿਛ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੈ ਕੋਏ। ਸੱਚ ਸਾਚਾ ਸਚ ਆਪ ਦਿਲਾਏ, ਨਾਨਕ ਵੇਖੈ ਆਪੇ ਸਚ ਲਾਏ। ਸਭ ਕਿਛ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੈ ਕੋਏ। ਸੱਚ ਸਾਚਾ ਸਚ ਆਪ ਦਿਲਾਏ, ਨਾਨਕ ਵੇਖੈ ਆਪੇ ਸਚ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਏਕ ਓੰਕਾਰ, ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ। ਤਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਨਹਾਰੋ। ਤੁਮ ਗਾਵੋ ਮਿ ਨਿਰਭਉ ਕਾ ਸੋਹਿਲਾ, ਹੋਂ ਵਾਰਿ ਜਿ ਸੋਹਿਲਾ ਸਦਾ ਸੁਖ ਹੋਏ ਰਹਾਉ। ਜਿਆੜੇ ਸੰਭਾਲਿਨ ਦੇਖੇਗਾ ਦੇਵਨਹਾਰ,
ਤੇਰੇ ਦਾਨ ਹੈ ਕੀਮਤ ਨਾ ਪੁੱਛਦਾ ਤੇ ਕਮ ਸੁਮਾਰ ਸੰਮਤ ਸਾਲ ਲਿਖਿਆ ਅਮਲ ਕਰ ਪਾਵੋ ਤੇਲ ਦੇਵ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਕਰ ਕਰ ਇਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰ ਸਿਮਰਿਐ ਨਾਨਕ ਸੇ ਦੇ ਆਵਨ ਰਾਗ ਆਸਾ ਮਹਿਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਇ ਰਹਾਓ ਵਿਸ ਵਿੱਚ ਅਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਹਾ ਹੋਆ ਸੂਰਜ ਏਕੋ ਰੁਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸੀ ਮਹਿਲਾ ਪਹਿਲਾ ਗगन में थाल लवचन दीपक बने तारका मंडल जनक मोती तोर मनयालो पवन चबरो करे सगल बनराय फुलंत ज्योति कैसी आरती होए भखड़ना तेरी आरती नता शब्द बाजन पहरी रहाओ सहस्तव नैन नैन है तो को सहस मृत नायक तो ही सहस पद विमंदन एक पद गंध बिन सहस्तव गंध उचरत मोही समय जो जोत है सोए तिसदै चानन समय चानन होए गुर साखी जोत प्रगट होए ज्योतिष भावै सुवारती होए हर चरण कमल मकरन लोहित मनोन दिनों मोह आए प्यासा कृपा जल दे नानक सारंग को हो जाते त्रिनाय वासा राग गोड़ी पूरी महला चौथा काम क्रोध नगर पोह परया मिल साधु खंडल खंडा है पूरो लिखत के गुर पाया मन हाले मंडल मंडाए कर साधु अंजलि पुन वड्डा है कर दंडोत पुन वड्डाए रहाओ साकत हर साध न जाने तन अंतर हो में कंडा है जो चल हैं चुभ है दुख पामै है जमकाल सहन सिर डंडा है हर जन हर हर नाम समाने दुख जन्म मरण बहु खंडा है अविनाशी प्रभु पाया परमेश्वर बहुत सब खंड ब्रह्मंडा है हम गरीब मस्कीन प्रभ तेरे हर राख राख बड़ बड्डा है जन नानक नाम आधार टेक है हर नामे ही सुख मंडा है राग गोड़ी पूरी महला पंजवा करो बेनंती सुनो मन मेता सन टहल की बेला इहाँ खाड़ चलो हर लाह आगे वसन सवेला उत्कटै दिन सरै नारे मन गुर मलकार सवारे रहा ए संसार विकार संसे मैं तरियो ब्रह्म ज्ञानी जैसे जगाए प्यावै एह रस अकत कथा तिन जानी जाको आए सोई विहाजो हर गुर ते मन वसेरा निज कर मैल पाओ सुख सहजे बहुत न होए गो फेरा अंतर जामी पुरख विदाते शरदा मन की पूरे नानक दास है सुख मांगै मोको कर संतन की तूरे अंतर जामी पुरख विधाते शरदा मन की पूरे नानक दास यह सुख मोको कर संतन की तूरे वाहिगुरु जी का खालसा वाहिगुरु जी की फतेह।